हालेलुया। अपने पड़ोसी ਦੇ ਨਾਲ ਹੱਥ ਮਿਲਾਓ और बोलो ਤੁਹਾਡਾ ਸਵਾਗਤ ਹੈ ਪਰਮੇਸ਼ਰ ਦੀ ਹਜ਼ੂਰੀ ਪਰਮੇਸ਼ਰ ਦੇ ਘਰ ਦੇ ਅੰਦਰ। ਅੱਜ ਦਾ ਵਚਨ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੇ ਲਈ ਜਾ ਰਿਹਾ ਹੈ। ਵੱਡੇ ਬਦਲਾਅ ਨੂੰ ਅੱਜ ਦਾ ਵਚਨ ਤੁਹਾਡੇ ਜੀਵਨ ਚ ਲੈ ਕੇ ਆਉਣ ਦੇ ਲਈ ਜਾ ਰਿਹਾ ਹੈ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਮੇਨ। ਪਿਛਲੇ ਹਫਤੇ ਦਾ ਵਚਨ ਕਿੰਨੇ ਜਣਿਆਂ ਨੇ ਸੁਣਿਆ ਸੀਗਾ? ਤੁਹਾਨੂੰ ਪਤਾ ਯਾਕੂਬ ਦਾ ਧਿਆਨ ਕਿੱਥੇ ਹੈਗਾ ਏ? ਯਾਕੂਬ ਦਾ ਧਿਆਨ ਜ਼ਮੀਨ ਜਾਇਦਾਦ ਦੇ ਉੱਪਰ ਨਹੀਂ ਹੈ। ਯਾਕੂਬ ਦਾ ਧਿਆਨ ਪਰਮੇਸ਼ਰ ਦੇ ਵਚਨ ਦੇ ਉੱਪਰ ਹੈ। ਔਰ ਇਹ ਗੱਲ ਯਾਦ ਰੱਖਿਓ, ਜਦੋਂ ਸਾਡਾ ਧਿਆਨ ਪਰਮੇਸ਼ਰ ਦੇ ਵਚਨ ਦੇ ਉੱਪਰ ਹੋ ਜਾਂਦਾ ਹੈ, ਪਰਮੇਸ਼ਰ ਦਾ ਧਿਆਨ ਉਦੋਂ ਸਾਡੇ ਵੱਲ ਹੋ ਜਾਂਦਾ ਹੈ। ਔਰ ਜਦੋਂ ਪ੍ਰਭੂ ਦਾ ਧਿਆਨ ਸਾਡੇ ਵੱਲ ਹੋ ਜਾਂਦਾ ਹੈ, ਅਸੀਂ ਕਦੇ ਵੀ ਘਟੀ ਵਿੱਚ ਨਹੀਂ ਰਹਿੰਦੇ, ਬਿਮਾਰੀਆਂ 'ਚ ਨਹੀਂ ਰਹਿੰਦੇ, ਪਰੇਸ਼ਾਨੀਆਂ ਦੇ ਵਿੱਚ ਨਹੀਂ ਬਣੇ ਰਹਿੰਦੇ। ਪਰ ਜਦੋਂ ਪਰਮੇਸ਼ਰ ਦਾ ਧਿਆਨ ਸਾਡੇ ਵੱਲ ਹੁੰਦਾ ਹੈ, ਪਰਮੇਸ਼ਰ ਵੱਡੀ ਗਵਾਹੀ ਔਰ ਵੱਡੀ ਮਹਿਮਾ ਦੇ ਨਾਲ ਸਾਨੂੰ ਖੜਾ ਕਰਦੇ ਨੇ। ਇਹ ਸਵਾਲ ਮੈਂ ਬਾਰ-ਬਾਰ ਪੁੱਛਦਾ, ਮੈਂ ਇੱਕ ਵਾਰ ਫਿਰ ਅੱਜ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਹੈਗਾ ਹੈ, ਇਮਾਨਦਾਰੀ ਨਾਲ ਜਵਾਬ ਦੇਣਾ ਹੈਗਾ ਹੈ। ਕਿੰਨੇ ਜਣੇ ਆਪਣੀ ਬਾਈਬਲ ਰੀਡਿੰਗ ਜਿਹੜੀ ਵਧਾ ਚੁੱਕੇ ਨੇ, 1 ਘੰਟੇ ਤੋਂ ਉੱਪਰ ਹੋ ਚੁੱਕੀ, 2 ਘੰਟੇ ਦੇ ਨੇੜੇ ਹੋ ਚੁੱਕੀ? ਕਿੰਨੇ ਜਣੇ ਦੀ ਬਾਈਬਲ ਰੀਡਿੰਗ ਹੈ? ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੇ ਹਜੇ ਬਾਈਬਲ ਰੀਡਿੰਗ ਨਹੀਂ ਕਰਦੇ ਪਏ, ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਹੈਗਾ। ਮੈਂ ਪਿਛਲੇ ਹਫਤੇ ਪੁੱਛਿਆ ਕਿੰਨੇ ਜਣੇ ਦਸਵੰਧ ਦਿੰਦੇ ਹੈਗੇ ਨੇ? ਇੱਕ ਵਾਰੀ ਦਸਵੰਧ ਦਿੱਤਾ, ਉਹ ਨਹੀਂ ਲਗਾਤਾਰ ਦੇ ਰਹੇ ਨੇ ਦਸਵੰਧ। ਹੁਣ ਸੁਣੀਏ ਧਿਆਨ ਦੇ ਨਾਲ। ਸੋਚੋ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ 24 ਘੰਟੇ ਪ੍ਰਭੂ ਜੀ ਸਾਨੂੰ ਦਿੰਦੇ ਨੇ, ਔਰ ਉਹਦੇ ਚੋਂ ਕੁਝ ਸਮਾਂ, ਕੁਝ ਘੰਟੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਜ਼ਰੂਰੀ ਸਮਝ ਕੇ ਨਹੀਂ ਦੇ ਪਾ ਰਹੇ। ਅਸੀਂ ਹੋਰ ਕੀ ਦੇਵਾਂਗੇ ਪਰਮੇਸ਼ਰ ਨੂੰ? ਕੁਝ ਦੇ ਸਕਦੇ ਅਸੀਂ ਪਰਮੇਸ਼ਰ ਨੂੰ? ਕੁਝ ਵੀ ਨਹੀਂ। ਬਾਈਬਲ 'ਚ ਲਿਖਿਆ ਦਿਓ ਤਾਂ ਦਿੱਤਾ ਜਾਏਗਾ। ਹੁਣ ਤੁਸੀਂ ਕਹੋਗੇ ਪਾਸਟਰ ਜੀ ਪਰਮੇਸ਼ਰ ਨੂੰ ਇੱਕ ਪਿਤਾ ਵੀ ਹੈਗਾ। ਹਾਂ, ਇੱਕ ਪਿਤਾ ਹੈਗਾ ਔਰ ਚਾਹੁੰਦਾ ਕਿ ਉਹਦੇ ਬੱਚੇ ਉਹਦੇ ਵਰਗੇ ਬਣ ਜਾਣ। ਪਰਮੇਸ਼ਰ ਅਗਰ ਦੇਣਾ ਜਾਣਦਾ ਹੈ ਤਾਂ ਸਾਨੂੰ ਵੀ ਆਪਣੇ ਸਮੇਂ ਨੂੰ ਪਰਮੇਸ਼ਰ ਨੂੰ ਦੇਣਾ ਚਾਹੀਦਾ ਹੈ। ਸੋਚੀਏ, ਅਗਰ 2 ਘੰਟੇ ਤੁਸੀਂ ਪ੍ਰਭੂ ਦੇ ਵਚਨ ਨੂੰ ਨਹੀਂ ਦੇ ਸਕਦੇ, ਆਪਣੀ ਜ਼ਿੰਦਗੀ 'ਚ ਕੀ ਦਿਓਗੇ ਪ੍ਰਭੂ ਨੂੰ ਤੁਸੀਂ, ਔਰ ਕੀ ਲਾਓਗੇ ਤੁਸੀਂ? ਅਸੀਂ ਕਹਿੰਦੇ ਅਸੀਂ ਦਸਵੰਧ ਨਹੀਂ ਦੇ ਸਕਦੇ, ਖਰਚ ਗਏ ਪਾਸਟਰ ਜੀ। ਤੁਸੀਂ ਦਸਵੰਧ ਨਹੀਂ ਦੇ ਸਕਦੇ ਪ੍ਰਭੂ ਨੂੰ, ਹੋਰ ਤੁਸੀਂ ਕੀ ਕਰੋਗੇ ਪ੍ਰਭੂ ਦੇ ਲਈ, ਔਰ ਕੀ ਕਰੇ ਪ੍ਰਭੂ ਤੁਹਾਡੇ ਲਈ? ਪਿਛਲੇ 3 ਦਿਨ ਤੋਂ ਪ੍ਰਾਰਥਨਾ ਸਭਾਵਾਂ ਦੇ ਵਿੱਚ ਮੈਂ ਆਊਟ ਆਫ ਸਟੇਸ਼ਨ ਸੀ। ਕੱਲ ਰਾਤੀ 2 ਵਜੇ ਵਾਪਸ ਆਏ ਹੈਗੇ ਆ। ਅਸੀਂ ਪ੍ਰਾਰਥਨਾ ਸਭਾਵਾਂ ਦੇ ਵਿੱਚ ਮਾਰਨਿੰਗ ਟਿਲ ਈਵਨਿੰਗ ਅਸੀਂ ਬਿਜ਼ੀ ਰਹੇ ਹੈਗੇ ਆ। ਪਰਮੇਸ਼ਰ ਦਾ ਸ਼ੁਕਰ ਹੈ। ਇਹ ਨਿੱਕੀਆਂ ਗੱਲਾਂ ਨੇ। ਸੋਚੋ, ਪ੍ਰਾਰਥਨਾ ਕਰਨੀ, ਬਾਈਬਲ ਪੜ੍ਹਨੀ, ਇਹ ਸੋਚੋ ਇਹਦੇ ਲਈ ਕੋਈ ਰੁਕਾਵਟ ਹੈ ਤੁਹਾਡੇ ਜੀਵਨ ਦੇ ਵਿੱਚ? ਕੋਈ ਰੁਕਾਵਟ ਨਹੀਂ ਹੈਗੀ, ਤਾਂ ਵੀ ਪ੍ਰਾਰਥਨਾ ਨਹੀਂ ਕਰ ਰਹੇ। ਫਿਰ ਅਸੀਂ ਕਹਿੰਦੇ ਪਾਸਟਰ ਜੀ ਪ੍ਰਭੂ ਕੰਮ ਨਹੀਂ ਕਰਦੇ ਪਏ। ਪ੍ਰਭੂ ਕਦੇ ਵੀ ਕੰਮ ਨਹੀਂ ਕਰਨਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ, ਕਦੇ ਤੁਸੀਂ ਗਲਤ ਫਹਿਮੀ ਦੇ ਵਿੱਚ ਰਹੋ ਪਾਸਟਰ ਪ੍ਰਾਰਥਨਾ ਕਰੇਗਾ ਕੰਮ ਹੋਏਗਾ, ਬਿਲਕੁਲ ਵੀ ਨਹੀਂ ਹੋਏਗਾ। ਅਗਰ ਤੁਹਾਨੂੰ ਬਾਰ-ਬਾਰ ਨਹੀਂ ਦੱਸਿਆ ਜਾ ਰਿਹਾ ਹੈਗਾ ਏ, ਨੋ ਪ੍ਰੋਬਲਮ। ਲੇਕਿਨ ਅਗਰ ਇੱਕ ਗੱਲ ਹੀ ਬਾਰ-ਬਾਰ ਦੁਹਰਾਈ ਜਾ ਰਹੀ ਹੈ ਔਰ ਤੁਹਾਡੀ ਪ੍ਰਾਰਥਨਾ ਵੱਧ ਨਹੀਂ ਰਹੀ, ਪ੍ਰਭੂ ਦਾ ਵਚਨ ਤੁਸੀਂ ਪੜ੍ਹਦੇ ਨਹੀਂ ਪਏ, ਤੁਸੀਂ ਕੀ ਕਰੋਗੇ? ਕੁਝ ਵੀ ਨਹੀਂ ਕਰ ਸਕਦੇ ਤੁਸੀਂ। ਤੁਹਾਨੂੰ ਪਤਾ ਮਨੀਪੁਰ ਦੀਆਂ ਕਿੰਨੇ ਜਿਹਨਾਂ ਨੇ ਸੋਸ਼ਲ ਮੀਡੀਆ ਦੇਖ ਰਹੇ ਨੇ, ਨੈਸ਼ਨਲ ਮੀਡੀਆ ਦੇ ਉੱਪਰ ਖਬਰਾਂ ਆ ਚੁੱਕੀਆਂ ਨੇ ਮਨੀਪੁਰ ਦੀਆਂ। ਸੋਚੋ 2 ਭੈਣਾਂ ਦੇ ਨਾਲ ਕੀ ਹੋਇਆ ਉਸ ਜਗ੍ਹਾ ਦੇ ਉੱਪਰ। ਇੱਕ 20 ਸਾਲ ਦੀ ਬੱਚੀ ਹੈ, ਇੱਕ 40 ਸਾਲ ਦੀ ਇੱਕ ਭੈਣ ਹੈਗੀ। ਕੀ ਕੀਤਾ ਗਿਆ ਹੈਗਾ? ਉਹਨਾਂ ਨੂੰ ਨੰਗਾ ਕੀਤਾ ਗਿਆ ਹੈਗਾ ਏ, ਘੁਮਾਇਆ ਗਿਆ ਹੈਗਾ ਏ। ਵੱਡੀ ਭੀੜ ਦੇ ਵੱਲੋਂ ਕੱਪੜੇ ਉਤਾਰ ਕੇ ਉਹਨਾਂ ਭੈਣਾਂ ਨੂੰ ਨੰਗਾ ਘੁਮਾਇਆ ਗਿਆ ਹੈਗਾ। ਸੋਚੋ, ਉਹ ਕ੍ਰਿਸਚੀਅਨ ਭੈਣਾਂ ਹੈਗੀਆਂ ਨੇ। ਤੁਹਾਨੂੰ ਪ੍ਰਭੂ ਨੇ ਬੜੀ ਵਧੀਆ ਜ਼ਿੰਦਗੀ ਦਿੱਤੀ ਹੈਗੀ ਆ, 2 ਘੰਟੇ ਪ੍ਰਭੂ ਨੂੰ ਨਹੀਂ ਦੇ ਸਕਦੇ, ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਮੈਂ ਤੁਹਾਨੂੰ ਸਾਫ਼ ਕਹਿਣਾ ਚਾਹੂੰਗਾ। ਤੁਹਾਨੂੰ ਮੇਰੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਲੱਗਣਗੀਆਂ ਇਹ ਸਖਤੀ ਵਾਲੀ ਗੱਲਾਂ ਨੇ, ਮੈਂ ਸੱਚੀ ਕਹਿਣਾ, ਤੁਸੀਂ ਕੁਝ ਵੀ ਆਪਣੀ ਜ਼ਿੰਦਗੀ 'ਚ ਨਹੀਂ ਕਰ ਪਾਓਗੇ। ਹਾਲੇਲੂਇਆ, ਆਮੀਨ। ਉੱਚੀ ਆਵਾਜ਼ ਦੇ ਨਾਲ ਕਹਿੰਦੇ ਨਾਲ ਕੁਝ ਨਹੀਂ ਹੁੰਦਾ ਹੈਗਾ। ਬਾਈਬਲ 'ਚ ਲਿਖਿਆ ਸਮਾਂ ਅਜਿਹਾ ਆ ਜਾਣਾ ਹੈ, ਪ੍ਰਭੂ ਦਾ ਵਚਨ ਉਠਾ ਲਿਆ ਜਾਣਾ ਹੈ, ਧਰਤੀ ਆਕਾਸ਼ ਲੋਕ ਇੱਕ ਕਰ ਦੇਣਗੇ, ਸਮੁੰਦਰਾਂ ਤੋਂ ਸਮੁੰਦਰ ਦਾ ਸਫ਼ਰ ਤੈਅ ਕਰਨਗੇ ਪ੍ਰਭੂ ਨੂੰ ਜਾਣਨ ਦੇ ਲਈ, ਉਹਦੇ ਵਚਨ ਨੂੰ ਜਾਣਨ ਦੇ ਲਈ। ਪ੍ਰਭੂ ਦਾ ਵਚਨ ਮਿਲ ਜਾਵੇ, ਇਹਨੂੰ ਜਾਣਨ ਦੇ ਲਈ ਲੋਕ ਲੰਬਾ ਸਫ਼ਰ ਤੈਅ ਕਰਨਗੇ। ਤੇ ਸਾਡੇ ਕੋਲ ਕਈ ਵਾਰੀ ਚਰਚ ਆਉਣ ਦੇ ਲਈ ਕਿਰਾਇਆ ਨਹੀਂ ਹੁੰਦਾ। ਤੁਸੀਂ ਦੱਸੋ ਨਾ, ਤੁਸੀਂ ਬਾਈਬਲ ਪੜ੍ਹਦੇ ਆ, ਚਰਚ ਆਉਣ ਦੇ ਲਈ ਪੂਰਾ ਕਿਰਾਇਆ, ਪੈਸੇ ਨਹੀਂ ਹੈਗੇ ਸਾਡੇ ਕੋਲ, ਤੁਸੀਂ ਕਿੱਥੇ ਸਫ਼ਰ ਤੈਅ ਕਰੋਗੇ? ਤੁਸੀਂ ਤਾਂ ਮਾਰੇ ਹੀ ਗਏ ਫਿਰ ਇਸ ਹਾਲਾਤਾਂ ਦੇ ਵਿੱਚ। ਅਗਰ ਇਹ ਹਾਲਾਤ ਆਉਣਗੇ ਤੁਸੀਂ ਤਾਂ ਗਏ ਫਿਰ। ਸੋਚੋ, ਸਵਰਗ ਜਾ ਪਾਵਾਂਗੇ ਚਰਚ ਆਉਂਦੇ ਹੋਏ ਵੀ? ਇਮਾਨਦਾਰੀ ਨਾਲ ਦੱਸੋ, ਜਾ ਪਾਵਾਂਗੇ ਸਵਰਗ ਅਸੀਂ? ਬਿਲਕੁਲ ਵੀ ਨਹੀਂ। ਸਫ਼ਰ ਵੀ ਉਹਨਾਂ ਦਿਨਾਂ 'ਚ ਉਹੀ ਲੋਕ ਕਰਨਗੇ, ਧਰਤੀ ਆਕਾਸ਼ ਸਮੁੰਦਰ ਤੋਂ ਸਮੁੰਦਰ, ਜਿਨ੍ਹਾਂ ਕੋਲ ਪੈਸੇ ਹੋਣਗੇ। ਵਚਨ ਫਿਰ ਵੀ ਮਿਲਣਾ ਨਹੀਂ ਹੈਗਾ। ਸੋਚੇ, ਤੁਹਾਡੇ ਕੋਲ ਬਾਈਬਲ ਹੈ, ਪ੍ਰਭੂ ਦਾ ਵਚਨ ਹੈ, ਪਾਸਟਰ ਹੈ ਜੋ ਬਾਰ-ਬਾਰ ਤੁਹਾਨੂੰ ਯਾਦ ਕਰਵਾ ਰਿਹਾ ਹੈ, ਇੱਕ ਅੱਛਾ ਵਾਤਾਵਰਨ ਤੁਹਾਡੇ ਕੋਲ ਹੈਗਾ ਏ, ਫਿਰ ਵੀ ਵਚਨ ਨਹੀਂ ਅੰਦਰ ਜਾ ਰਿਹਾ ਹੈ।
ਫਿਰ ਵੀ ਅਸੀਂ ਚਾਹ ਰਹੇ ਹਾਂ ਪ੍ਰਭੂ ਕੁਝ ਵੱਡਾ ਕਰ ਦਵੇ। ਉਹ ਵੱਡਾ ਪਰਮੇਸ਼ਰ ਕੁਝ ਵੱਡਾ ਕਰ ਸਕਦਾ ਹੈ। ਅਗਰ ਵਚਨ ਅੰਦਰ ਜਾਏਗਾ ਤਾਂ ਬਹੁਤ ਕੁਝ ਕਰ ਸਕਦਾ ਹੈ। ਸੋਚਿਆ ਸੀ ਕਹਿੰਦੇ ਨੇ ਪਾਸਟਰ ਜੀ ਪ੍ਰਾਰਥਨਾ ਹੁੰਦੀ ਹੀ ਨਹੀਂ। ਮੈਨੂੰ ਇੱਕ ਗੱਲ ਦੱਸੋ, ਕਿਹੜਾ ਵਿਅਕਤੀ ਆ, ਅਗਰ ਮੈਂ ਆਪਣੀ ਗੱਲ ਕਰਾਂ, ਕਈ ਗੱਲਾਂ ਦੇ ਵਿੱਚ ਚੈਲੰਜਿੰਗ ਹਾਲਾਤ ਬਣ ਜਾਂਦੇ ਨੇ, ਪ੍ਰਾਰਥਨਾ ਕਰਨਾ ਮੈਨੂੰ ਵੀ ਮੁਸ਼ਕਿਲ ਲੱਗਦਾ ਹੈ। ਲੇਕਿਨ ਮੈਨੂੰ ਅਗਰ ਪਤਾ ਹੈ ਨਾ ਕਿ ਪ੍ਰਾਰਥਨਾ ਜਦ ਮੈਂ ਕਰਾਂਗਾ ਪਰਮੇਸ਼ਰ ਮੇਰੇ ਜੀਵਨ 'ਚ ਕੰਮ ਕਰੇਗਾ, ਆਪਣੀ ਹਜ਼ੂਰੀ ਨੂੰ ਮੇਰੇ ਜੀਵਨ ਦੇ ਵਿੱਚ ਦੇਏਗਾ, ਮੇਰਾ ਦਿਲ ਨਹੀਂ ਵੀ ਕਰਦਾ ਪਰ ਤਦ ਵੀ ਮੈਂ ਪ੍ਰਾਰਥਨਾ ਕਰਾਂਗਾ। ਅਸੀਂ ਪ੍ਰਾਰਥਨਾ ਕਰਦੇ ਹਾਂ, ਬਾਈਬਲ ਪੜ੍ਹਦੇ ਹਾਂ ਆਪਦੇ ਹਿਸਾਬ ਨਾਲ, ਸਾਨੂੰ ਉਮੀਦ ਹੀ ਨਹੀਂ, ਵਿਸ਼ਵਾਸ ਹੀ ਨਹੀਂ ਪ੍ਰਭੂ ਕੰਮ ਕਰੇਗਾ। ਔਰ ਫਿਰ ਚਾਹ ਰਹੇ ਪ੍ਰਭੂ ਵੱਡਾ ਕੰਮ ਕਰਨ, ਸਾਡੇ ਜੀਵਨ 'ਚ ਬਿਲਕੁਲ ਕੰਮ ਨਹੀਂ ਹੋਏਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੀ ਗਲਤਫਹਿਮੀ ਦੂਰ ਕਰਨਾ ਚਾਹੁੰਦਾ ਹੈ, ਕੋਈ ਕੰਮ ਪਰਮੇਸ਼ਰ ਤੁਹਾਡੇ ਜੀਵਨ 'ਚ ਨਹੀਂ ਕਰ ਸਕਦੇ। ਬਾਈਬਲ ਤੁਹਾਨੂੰ ਦਿੱਤੀ ਗਈ ਹੈ, ਸਮਾਂ ਤੁਹਾਡੇ ਕੋਲ ਹੈ। ਬਾਈਬਲ ਨਹੀਂ ਪੜ੍ਹ ਰਹੇ, ਪ੍ਰਾਰਥਨਾ ਨਹੀਂ ਕਰ ਰਹੇ, ਕੁਝ ਵੀ ਨਹੀਂ ਹੋਏਗਾ। ਸੋਚੋ ਮਣੀਪੁਰ 'ਚ ਕੀ ਹੁੰਦਾ ਪਿਆ। ਤੁਸੀਂ ਖਬਰਾਂ ਪੜ੍ਹੋ, ਦੇਖੋ ਪ੍ਰਭੂ ਦੇ ਲੋਕਾਂ ਦੇ ਨਾਲ ਸਭ ਕੁਝ ਹੋ ਰਿਹਾ ਹੈ। ਸੋਚੋ ਉਹ ਦੋ ਭੈਣਾਂ ਨੂੰ ਜਦੋਂ ਨੰਗਾ ਕਰਕੇ ਘਮਾਇਆ ਗਿਆ ਹੋਏਗਾ, ਸੋਚੋ ਆਪਣੇ ਦਿਮਾਗ ਦੇ ਵਿੱਚ ਉਹ ਸਾਰੀ ਚੀਜ਼ਾਂ ਨੂੰ ਇਮੇਜਿਨ ਕਰੋ। ਸਾਨੂੰ ਤਾਂ ਪਾਸਟਰ ਕੁਝ ਕਹਿ ਦਵੇ, ਦੁਬਾਰਾ ਅਸੀਂ ਨਹੀਂ ਲੱਭਦੇ ਪਾਸਟਰ ਨੂੰ। 10 ਜਗ੍ਹਾਵਾਂ ਤੇ ਜਾ ਕੇ ਬੁਰਾਈ ਹੋ ਜਾਂਦੀ ਚਰਚ ਦੀ ਔਰ ਪਾਸਟਰ ਦੀ। ਸੋਚੋ ਉਹ ਭੈਣਾਂ ਨੂੰ ਸਿਰਫ ਇਸ ਲਈ ਨੰਗਾ ਕਰਕੇ ਘੁਮਾਇਆ ਗਿਆ ਹੈ ਕਿਉਂਕਿ ਉਹ ਕ੍ਰਿਸਚਨ ਹਨ। ਔਰ ਇੱਥੇ ਬਸ ਨਹੀਂ ਹੋਈ, ਪਤਾ ਕੀ ਹੋਇਆ ਉਦੋਂ ਬਾਅਦ ਚੋਂ? ਸਿਰਫ ਨੰਗਾ ਕਰਕੇ ਘੁਮਾਇਆ ਨਹੀਂ ਗਿਆ ਹੈ, ਘੱਟੋ ਘੱਟ 100 ਦੇ ਕਰੀਬ ਲੋਕਾਂ ਦੇ ਵੱਲੋਂ ਉਹਨਾਂ ਨੂੰ ਰੇਪ ਕੀਤਾ ਗਿਆ ਹੈਗਾ, ਵੀਡੀਓ ਬਣਾਈ ਗਈ ਹੈਗੀ ਆ। ਫਿਰ ਕੀ ਕੀਤਾ ਗਿਆ? ਕਤਲ ਕਰ ਦਿੱਤਾ ਗਿਆ ਹੈਗਾ ਉਹਨਾਂ ਨੂੰ। ਫਿਰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਹੈਗਾ। ਮੈਨੂੰ ਇੱਕ ਗੱਲ ਦੱਸੋ, ਇਹ ਹਾਲਾਤ ਉਸ ਜਗ੍ਹਾ ਦੇ ਉੱਪਰ ਹਨ, ਤੁਹਾਨੂੰ ਪ੍ਰਭੂ ਨੇ ਕਿੰਨਾ ਵਧੀਆ ਰੱਖਿਆ ਹੋਇਆ? ਰੱਖਿਆ ਹੈ ਕਿ ਨਹੀਂ ਵਧੀਆ ਰੱਖਿਆਗਾ? ਸਾਰਿਆਂ ਨੂੰ ਬੋਲ ਕੇ ਦੱਸੋ, ਵਧੀਆ ਰੱਖਿਆ ਕਿ ਨਹੀਂ ਰੱਖਿਆਗਾ? ਹੱਥੇ ਲਾ ਕੇ ਦੱਸੋ, ਵਧੀਆ ਰੱਖਿਆ ਕਿ ਨਹੀਂ ਰੱਖਿਆਗਾ? ਤੇ ਕੀ ਅਸੀਂ ਪ੍ਰਭੂ ਦੇ ਅਨੁਗ੍ਰਹਿ ਉਹਦੀ ਪਰਖ ਕਰਦੇ ਪਏ ਹੈਗੇ ਆ ਵੀ ਕਦੋਂ ਤੱਕ ਅਨੁਗ੍ਰਹਿ ਦਿੰਦਾ, ਅਸੀਂ ਐਸ਼ਾ ਹੀ ਐਸ਼ਾ ਕਰਾਂਗੇ? ਕਿ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਹੈ ਕਿ ਸਮਾਂ ਅਜਿਹਾ ਆਏਗਾ ਵਚਨ ਉਠਾ ਲਿਆ ਜਾਏਗਾ, ਉਦੋਂ ਪਹਿਲਾਂ ਵਚਨ ਅੰਦਰ ਭਰਨਾ ਜ਼ਰੂਰੀ ਹੈ। ਕੱਲ ਬਾਰਿਸ਼ ਆਈ, ਕਿੰਨੇ ਜਣਾਂ ਨੂੰ ਪਤਾ ਹੈਗਾ? ਜਦੋਂ ਬਾਰਿਸ਼ ਆਉਂਦੀ ਘਰ ਦਾ ਸਮਾਨ ਅੰਦਰ ਸਾਂਭ ਦਿੰਦੇ ਆ, ਅਗਰ ਸਮਾਨ ਅੰਦਰ ਨਹੀਂ ਸਾਂਭਾਂਗੇ ਬਾਰਿਸ਼ ਪੈਗੀ ਖਰਾਬ ਹੋ ਜਾਏਗਾ। ਸਾਨੂੰ ਇੰਨੀ ਗੱਲ ਦੀ ਸਮਝ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਬਾਈਬਲ ਦੀਆਂ ਗੱਲਾਂ ਸੱਚੀਆਂ ਨੇ, ਉਹ ਪੂਰੀਆਂ ਹੁੰਦੀਆਂ ਨੇ। ਵਚਨ ਉਠਾ ਲਿਆ ਜਾਣਾ ਹੈਗਾ ਏ, ਔਰ ਜਦੋਂ ਵਚਨ ਉਠਾ ਲਿਆ ਜਾਣਾ ਹੈ ਫਿਰ ਜਿਨ੍ਹਾਂ ਦੇ ਅੰਦਰ ਵਚਨ ਆ ਉਹਨਾਂ ਦੇ ਅੰਦਰ ਹੀ ਰਹੇਗਾ ਵਚਨ। ਸੋਚੋ ਦੋ ਭੈਣਾਂ ਹੈ, ਕੀ ਹੋਇਆ ਉਹਨਾਂ ਦੇ ਨਾਲ? 100 ਦੇ ਕਰੀਬ ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ ਗਾ, ਵੀਡੀਓ ਬਣਾਈ ਗਈ ਹੈਗੀ ਆ, ਐਂਡ ਤੇ ਮਾਰ ਦਿੱਤਾ ਗਿਆ ਹੈਗਾ। ਆਪਦੇ ਆਪ ਨੂੰ ਰੱਖੋ ਉਹਨਾਂ ਭੈਣਾਂ ਦੀਆਂ ਜਗ੍ਹਾਵਾਂ ਦੇ ਉੱਪਰ। ਮੈਂ ਭਰਾਵਾਂ ਨੂੰ ਵੀ ਕਹੂੰਗਾ, ਭੈਣਾਂ ਨੂੰ ਵੀ ਕਹੂੰਗਾ, ਸੋਚੋ ਤੁਸੀਂ ਕੀ ਕਰੋਗੇ ਗਾਉਂ? ਅਸੀਂ ਤਾਂ ਬਾਈਬਲ ਨਹੀਂ ਪੜ੍ਹਦੇ ਪਏ, ਧੰਨਵਾਦੀ ਨਹੀਂ ਹੈਗੇ, ਸ਼ੁਕਰਗੁਜ਼ਾਰ ਨਹੀਂ ਹੈਗੇ ਪਰਮੇਸ਼ਰ ਦੇ। ਇੱਥੋਂ ਤੱਕ ਸਾਡੇ ਦਿਮਾਗ 'ਚ ਇਹ ਵੀ ਗੱਲ ਨਹੀਂ ਆਉਂਦੀ ਕਿ ਪ੍ਰਾਰਥਨਾ ਕਰੀਏ ਮਣੀਪੁਰ ਦੇ ਲਈ। ਸਟੇਟਸ ਲਾ ਛੱਡਦੇ, ਮੈਂ ਬੜੇ ਜਣੇ ਨੂੰ ਵੀ ਨਾ ਸਟੇਟਸ ਲਾ ਛੱਡਦੇ, ਅਸੀਂ ਕਈ ਵਾਰੀ ਪ੍ਰਾਰਥਨਾ ਨਹੀਂ ਕਰਦੇ। ਤੁਹਾਡੇ ਸਟੇਟਸ ਦੇ ਨਾਲ ਪਰਮੇਸ਼ਰ ਖੁਸ਼ ਨਹੀਂ ਹੈ, ਤੁਹਾਡੇ ਸਟੇਟਸ ਲਾਉਣ ਦੇ ਨਾਲ ਹਾਲਾਤ ਬਦਲਣਗੇ ਨਹੀਂ। ਪਰ ਬਾਈਬਲ 'ਚ ਲਿਖਿਆ ਪ੍ਰਭੂ ਦੇ ਲੋਕ ਜਦੋਂ ਘੁਟਨਿਆਂ ਤੇ ਆ ਜਾਂਦੇ ਨੇ ਪਰਮੇਸ਼ਰ ਦੇ ਸਾਹਮਣੇ, ਪਰਮੇਸ਼ਰ ਹਾਲਾਤਾਂ ਨੂੰ ਬਦਲ ਕੇ ਰੱਖ ਦਿੰਦਾ ਹੈਗਾ ਏ। ਅੱਜ ਤੁਸੀਂ ਉਹਨਾਂ ਦੀ ਘਟੀ ਦੇ ਵਿੱਚ ਉਹਨਾਂ ਦੀ ਜ਼ਰੂਰਤ ਦੇ ਸਮੇਂ ਪ੍ਰਾਰਥਨਾ ਕਰੋਗੇ ਨਾ, ਕੱਲ ਤੁਹਾਨੂੰ ਲੋੜ ਹੋਏਗੀ, ਕੋਈ ਅਜਿਹਾ ਵਿਅਕਤੀ ਜੋ ਤੁਹਾਨੂੰ ਨਹੀਂ ਜਾਣਦਾ ਹੋਏਗਾ, ਉਹਨੂੰ ਪ੍ਰਭੂ ਦਾ ਆਤਮਾ ਕਹੇਗਾ ਪ੍ਰਾਰਥਨਾ ਕਰਨ ਦੇ ਲਈ ਤੁਹਾਡੇ ਲਈ। ਔਰ ਉਹ ਜਦੋਂ ਲੋਕ ਤੁਹਾਡੇ ਲਈ ਪ੍ਰਾਰਥਨਾ ਕਰਨਗੇ, ਤੁਹਾਡੇ ਜੀਵਨਾਂ ਦੇ ਹਾਲਾਤ ਵੀ ਬਦਲ ਜਾਣਗੇ। ਅੱਜ ਅਸੀਂ ਅਗਰ ਖੁਸ਼ੀ ਦੇ ਵਿੱਚ ਬੈਠੇ ਹੋਏ ਨਾ, ਸ਼ਾਂਤੀ 'ਚ ਬੈਠੇ ਹੋਏ, ਸਾਡਾ ਫਰਜ਼ ਬਣਦਾ ਹੈਗਾ ਪ੍ਰਾਰਥਨਾ ਕਰਨ ਦੇ ਲਈ। ਔਰ ਕਈ ਵਾਰੀ ਅਸੀਂ ਚਰਚਾ ਹੀ ਕਰਦੇ ਰਹਿੰਦੇ ਹਾਂ, ਬੜਾ ਮਾੜਾ ਹੋਇਆ, ਬੜਾ ਔਖਾ ਸਮਾਂ ਚੱਲਦਾ ਪਿਆ ਹੈ, ਬਹੁਤ ਕੁਝ ਹੋ ਗਿਆ, ਚਰਚਾ ਹੀ ਚੱਲਦਾ ਹੈ, ਪ੍ਰਾਰਥਨਾ ਨਹੀਂ ਕਰਦੇ ਅਸੀਂ। ਪ੍ਰਾਰਥਨਾ ਤਾਂ ਉਦੋਂ ਕਰਾਂਗੇ ਨਾ ਜਦੋਂ ਖੁਦ ਅਸੀਂ ਆਪਣੇ ਲਈ ਪ੍ਰਾਰਥਨਾ ਕਰਨ ਵਾਲੇ ਹੋਵਾਂਗੇ। ਸਾਨੂੰ ਆਪਦੇ ਲਈ ਪ੍ਰਾਰਥਨਾ ਕਰਨ ਦਾ ਪਤਾ ਹੀ ਨਹੀਂ ਹੈਗਾ, ਸਾਨੂੰ ਖੁਦ ਪ੍ਰਭੂ ਦੇ ਨਾਲ ਸੰਗਤੀ ਕਰਨ ਦਾ ਪਤਾ ਨਹੀਂ ਹੈਗਾ, ਕਿਸੇ ਦੇ ਦੁੱਖ ਨਾਲ ਸਾਨੂੰ ਕੀ ਹੈਗਾ। ਮਣੀਪੁਰ 'ਚ ਅੱਗ ਲੱਗੀ, ਪੰਜਾਬ ਤਾਂ ਠੀਕ ਹੈਗਾ ਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰਮੇਸ਼ਰ ਜਦੋਂ ਸਾਡੇ ਕੰਨਾਂ ਦੇ ਵਿੱਚ ਇਹ ਖਬਰਾਂ ਪਾਉਂਦਾ ਏ, ਅੱਖਾਂ ਦੇ ਜ਼ਰੀਏ ਸਾਨੂੰ ਦਿਖਾਉਂਦਾ ਨਾ ਪ੍ਰਭੂ, ਉਦੋਂ ਬਾਅਦ ਸਾਡੀ ਪ੍ਰਤੀਕਿਰਿਆ ਵੇਖਦਾ ਹੈਗਾ, ਸਾਡੀ ਪ੍ਰਤੀਕਿਰਿਆ ਕੀ ਹੈਗੀ, ਅਸੀਂ ਕਰਦੇ ਕੀ ਹੈਗੇ ਆ। ਸਿਰਫ ਸਟੇਟਸ ਲਾ ਕੇ ਅਸੀਂ ਆਪਣੀ ਡਿਊਟੀ ਪੂਰੀ ਕਰ ਦਿੰਦੇ ਹੈਗੇ ਆ। ਪ੍ਰਭੂ ਦੇ ਲੋਕੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਕੋਲ ਸਮਾਂ ਹੈ, ਤੁਹਾਡੇ ਕੋਲ ਸਮਾਂ ਹੈ। ਮੈਂ ਤੁਹਾਨੂੰ ਦੱਸਦਾ, ਮੈਂ ਪ੍ਰਭੂ ਦੇਖ ਰਿਹਾ ਹੈਗਾ ਤੁਹਾਨੂੰ, ਤੁਸੀਂ ਪ੍ਰਾਰਥਨਾ ਕਰ ਰਹੇ ਹੋ ਨਾ, ਇਹ ਤੁਹਾਡਾ ਬੀਜ ਹੈ। ਬਾਈਬਲ 'ਚ ਲਿਖਿਆ ਹੈ ਪ੍ਰਭੂ ਦਾ ਵਾਅਦਾ ਹੈ, ਬੀਜ ਬੀਜਿਆ ਜਾਂਦਾ ਹੈ, ਬੀਜ ਉਗਦਾ ਵੀ ਹੈ। ਇੱਕ ਵਚਨ ਹੈ ਡੈਨੀਅਲ 11ਵਾਂ ਅਧਿਆਇ 32 ਆਇਤ, ਉਹਦਾ ਦੂਸਰਾ ਹਿੱਸਾ। ਉੱਥੇ ਲਿਖਿਆ
ਜੋ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਦੇ ਨੇ ਉਹ ਹੌਸਲੇ ਦੇ ਨਾਲ ਵੱਡੇ ਵੱਡੇ ਕੰਮ ਕਰਨਗੇ। ਪੜ੍ਹੀਏ ਕੀ ਲਿਖਿਆ ਦੂਸਰੇ ਹਿੱਸੇ ਦੇ ਵਿੱਚ। परंतु जो लोग अपने परमेश्वर का ज्ञान रखेंगे वह हियाव बांध कर बड़े काम करेंगे। हालेलुया। हालेलुया। ਬਾਈਬਲ 'ਚ ਲਿਖਿਆ ਹੈ ਜੋ ਲੋਕ ਪ੍ਰਭੂ ਪਰਮੇਸ਼ਰ ਯਹੋਵਾ ਦਾ ਗਿਆਨ ਰੱਖਣਗੇ ਉਹ ਹੌਸਲੇ ਦੇ ਨਾਲ ਵੱਡੇ ਵੱਡੇ ਕੰਮ ਕਰਨਗੇ। आमीन। ਕਿ ਛੋਟੇ ਕੰਮ ਲਿਖਿਆ ਹੈਗਾ? बड़े। ਓਕੇ, ਇਹ ਗੱਲ ਯਾਦ ਰੱਖਿਓ। ਤੁਹਾਡਾ ਪਾਸਟਰ ਅਗਰ ਸਾਨੂੰ ਝਿੜਕ ਰਿਹਾ ਨਾ, ਸਾਨੂੰ ਇਨਸਲਟ ਵੀ ਕਰਦਾ ਪਿਆ ਹੈਗਾ ਸਾਡੇ ਵਾਅਦੇ ਦੇ ਲਈ, ਤਾਂ ਬਾਈਬਲ 'ਚ ਲਿਖਿਆ ਕਿ ਧਰਮੀ ਬੰਦਾ ਡਾਂਟਦਾ ਨਾ ਤੇ ਇਹ ਸਿਰ ਦੇ ਉੱਤੇ ਤੇਲ ਉਂਡੇਲੇ ਜਾਣ ਦੇ ਬਰਾਬਰ ਹੈਗਾ ਹੀ। ਪੁਰਾਣੇ ਨਿਯਮ 'ਚ ਤੇਲ ਪਤਾ ਕਿਹਨਾਂ ਦੇ ਸਿਰ ਤੇ ਪਾਇਆ ਜਾਂਦਾ ਹੁੰਦਾ ਸੀ? ਜਿਹੜੇ ਲੋਕਾਂ ਨੂੰ ਪਰਮੇਸ਼ਰ ਚੁਣ ਲੈਂਦਾ ਹੁੰਦਾ ਸੀਗਾ, ਅਭਿਸ਼ੇਕ ਕਰ ਦਿੰਦਾ ਹੁੰਦਾ ਸੀ, ਉਹਨਾਂ ਦੇ ਸਿਰ ਤੇ ਤੇਲ ਪਾਇਆ ਜਾਂਦਾ ਹੁੰਦਾ ਸੀਗਾ। ਜਦੋਂ ਸਾਨੂੰ ਝਿੜਕਿਆ ਜਾਂਦਾ ਨਾ, ਇਹਦਾ ਮਤਲਬ ਇਹਨੂੰ ਨੈਗੇਟਿਵ ਨਾ ਲਿਆ ਕਰੋ, ਪੋਜ਼ਿਟਿਵਲੀ ਲਿਆ ਕਰੋ। ਇਹਦਾ ਮਤਲਬ ਪਰਮੇਸ਼ਰ ਸਾਨੂੰ ਕੁਝ ਸਮਝਦਾ ਪਿਆ ਹੈ। ਬਾਈਬਲ 'ਚ ਲਿਖਿਆ ਮੂਰਖ ਨੂੰ ਨਾ ਝਿੜਕੀ, ਸਿਆਣੇ ਨੂੰ ਝਿੜਕੀ, ਉਹ ਸਿਆਣਾ ਹੋ ਜਾਊਗਾ। ਜਦੋਂ ਝਿੜਕਿਆ ਜਾਂਦਾ ਨਾ, ਇਹਦਾ ਮਤਲਬ ਸਾਡੇ ਸਿਰ ਦੇ ਉੱਪਰ ਤੇਲ ਪਾਇਆ ਜਾ ਰਿਹਾ, ਪਰਮੇਸ਼ਰ ਜ਼ਿੰਮੇਵਾਰੀ ਦੇ ਰਿਹਾ ਹੈ ਸਾਡੇ ਉੱਪਰ। ਇਹਨੂੰ ਨੈਗੇਟਿਵਲੀ ਨਹੀਂ ਪੋਜ਼ਿਟਿਵਲੀ ਲਿਆ ਜਾਵੇ। ਇਹਦਾ ਮਤਲਬ ਪਰਮੇਸ਼ਰ ਸਾਡੇ ਤਾਈਂ ਕੋਈ ਉਮੀਦ ਕਰਦਾ ਪਿਆ ਹੈਗਾ ਏ। ਹੁਣ ਸੋਚੀਏ, ਪਰਮੇਸ਼ਰ ਦੇ ਵਚਨ 'ਚ ਐ ਨਹੀਂ ਲਿਖਿਆ ਜਿਹੜੇ ਲੋਕ ਸਿਆਣੇ ਬਣੇ ਨੇ ਉਹ ਵੱਡੇ ਵੱਡੇ ਕੰਮ ਕਰਨਗੇ, ਜਿਹੜੇ ਲੋਕ ਪੈਸੇ ਵਾਲੇ ਨੇ ਉਹ ਵੱਡੇ ਵੱਡੇ ਕੰਮ ਕਰਨਗੇ, ਜਿਹੜੇ ਸਰੀਰਕ ਤੌਰ ਤੇ ਤਕੜੇ ਨੇ ਉਹ ਵੱਡੇ ਵੱਡੇ ਕੰਮ ਕਰਨਗੇ, ਜਿਹੜੇ ਲੋਕ ਬੜੇ ਚਲਾਕ ਨੇ, ਚੁਸਤ ਨੇ, ਉਹ ਵੱਡੇ ਵੱਡੇ ਕੰਮ ਕਰਨਗੇ। ਬਾਈਬਲ ਦੇ ਵਿੱਚ ਲਿਖਿਆ ਹੈ ਜਿਹੜੇ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਣਗੇ ਉਹ ਵੱਡੇ ਵੱਡੇ ਕੰਮ ਕਰਨਗੇ। ਬਾਈਬਲ 'ਚ ਲਿਖਿਆ ਹੈ ਵਿਸ਼ਵਾਸਯੋਗ ਰਹੋ, ਜੇ ਜਾਣ ਦੇਣ ਤੱਕ ਵਿਸ਼ਵਾਸਯੋਗ ਰਹੋਗੇ ਜੀਵਨ ਦਾ ਮੁਕਟ ਮਿਲੇਗਾ। ਸੋਚੋ, ਪ੍ਰਭੂ ਨੂੰ ਜਾਣ ਰਹੇ ਹਾਂ, ਪ੍ਰਭੂ ਦੇ ਪਿੱਛੇ ਚੱਲਦੇ ਪਏ, ਇਹਦੇ ਕਾਰਨ ਇਹ ਸਭ ਕੁਝ ਹੋ ਗਿਆ ਹੈ। ਉਹ ਭੈਣਾਂ ਮਰ ਗਈਆਂ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਸੋਚੋ ਸਵਰਗ ਦੇ ਵਿੱਚ ਉਹਨਾਂ ਦੀ ਐਂਟਰੀ ਕਿਹੋ ਜਿਹੀ ਹੋਏਗੀ? ਸਧਾਰਨ ਜੀ ਐਂਟਰੀ ਹੋਏਗੀ ਜਾਂ ਰਾਇਲ ਐਂਟਰੀ ਹੋਏਗੀ? ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਪ੍ਰਭੂ ਦੇ ਲੋਕੋ, ਬਾਈਬਲ ਜਦੋਂ ਪੜ੍ਹਦੇ ਹੋ ਪ੍ਰਭੂ ਦੇ ਵਚਨ ਦਾ ਗਿਆਨ ਸਾਡੇ ਅੰਦਰ ਜਾਏਗਾ, ਔਰ ਜਦੋਂ ਗਿਆਨ ਪ੍ਰਭੂ ਦੇ ਵਚਨ ਦਾ ਸਾਡੇ ਅੰਦਰ ਜਾਏਗਾ ਵੱਡੇ ਵੱਡੇ ਕੰਮ ਅਸੀਂ ਕਰ ਪਾਵਾਂਗੇ। ਤੁਹਾਨੂੰ ਪਤਾ ਹੈ ਵਚਨ ਬੜਾ ਸੁੰਦਰ ਹੈ, ਬੜਾ ਜ਼ਬਰਦਸਤ ਹੈ, ਬੜਾ ਸੋਹਣਾ ਲੱਗਦਾ ਹੈ, ਬੜੀ ਸ਼ਾਂਤੀ ਵਾਲਾ ਲੱਗਦਾ ਹੈ, ਬੜਾ ਜ਼ਬਰਦਸਤ ਲੱਗਦਾ ਹੈ। ਤੁਹਾਨੂੰ ਪਤਾ ਹੈ ਵਚਨ ਕਦੋਂ ਬੋਲਿਆ ਗਿਆ ਹੈਗਾ? ਇਹ ਇੱਕ ਭਵਿੱਖਬਾਣੀ ਹੈ, ਔਰ ਭਵਿੱਖਬਾਣੀ ਦੇ ਮੁਤਾਬਕ ਹਾਲਾਤ ਬੜੇ ਖਰਾਬ ਹੋ ਰਹੇ ਨੇ, ਔਰ ਹਾਲਾਤ ਸ਼ੈਤਾਨ ਜਿਹੜਾ ਹੈਗਾ, ਜਦੋਂ ਇਹ ਵਚਨ ਦੱਸਿਆ ਜਾ ਰਿਹਾ ਉਸ ਸਮੇਂ ਤੇ ਸ਼ੈਤਾਨ ਦਾ ਲੈਵਲ ਹਾਈ ਨਜ਼ਰ ਆ ਰਿਹਾ ਹੈ, ਸਮੱਸਿਆਵਾਂ ਦਾ ਲੈਵਲ ਹਾਈ ਨਜ਼ਰ ਆ ਰਿਹਾ ਹੈ। ਉਹ ਜ਼ਿਆਦਾ ਡਿਟੇਲ 'ਚ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ। ਪਰੇਸ਼ਾਨੀਆਂ ਦਾ ਲੈਵਲ ਬੜਾ ਹਾਈ ਨਜ਼ਰ ਆ ਰਿਹਾ ਹੈ। ਉਦੋਂ ਪ੍ਰਭੂ ਨੇ ਗੱਲ ਕਹੀ ਸੀ, ਕਹਿੰਦੇ ਪਰ ਜੋ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਣਗੇ ਉਹ ਵੱਡੇ ਵੱਡੇ ਕੰਮ ਕਰਨਗੇ, ਔਖੇ ਸਮੇਂ ਵੀ। ਇਹ ਔਖਾ ਸਮਾਂ ਹੈਗਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇਹ ਨਾ ਸੋਚੀਏ ਅਸੀਂ ਸੌਖੇ ਹੈਗੇ ਆ, ਇਹ ਔਖਾ ਸਮਾਂ ਹੈਗਾ ਹੈ। ਤੁਹਾਨੂੰ ਪਤਾ ਨਵੇਂ ਕੁਝ ਕਾਨੂੰਨ ਆਉਣ ਦੇ ਲਈ ਜਾ ਰਹੇ ਹੈਗੇ ਨੇ, ਕੁਝ ਨਵੇਂ ਕਾਨੂੰਨ ਆਉਣ ਦੇ ਲਈ ਜਾ ਰਹੇ ਨੇ, ਔਰ ਕੁਝ ਚੀਜ਼ਾਂ ਚਰਚ ਦੇ ਲਈ ਥੋੜੀਆਂ ਹੋਰ ਮੁਸ਼ਕਿਲ ਕਰ ਦਿੱਤੀਆਂ ਜਾਣਗੀਆਂ। ਪਰ ਪ੍ਰਭੂ ਦਾ ਧੰਨਵਾਦ ਹੈਗਾ ਏ, ਚੀਜ਼ਾਂ ਜਿੰਨੀਆਂ ਮਰਜ਼ੀ ਮੁਸ਼ਕਿਲ ਹੋ ਜਾਣ, ਹਾਲਾਤ ਜਿੰਨੇ ਮਰਜ਼ੀ ਮੁਸ਼ਕਿਲ ਹੋ ਜਾਣ, ਹਾਲਾਤ ਜਿੰਨੇ ਮਰਜ਼ੀ ਖਰਾਬ ਹੋ ਜਾਣ, ਅੱਗ ਦੀ ਭੱਠੀ ਵਰਗੇ ਅਗਰ ਹਾਲਾਤ ਹੋ ਜਾਣਗੇ ਤਾਂ ਯੀਸ਼ੂ ਮਸੀਹ ਉੱਥੇ ਸਾਨੂੰ ਜ਼ਰੂਰ ਮਿਲ ਜਾਏਗਾ। ਇਸ ਲਈ ਪ੍ਰਭੂ ਦੀ ਗੱਲ ਨੂੰ ਹਲਕੇ 'ਚ ਨਾ ਲਿਆ ਜਾਵੇ। ਅਸੀਂ ਵਚਨ ਸੁਣਦੇ ਹਾਂ, ਸਾਡਾ ਰਿਐਕਸ਼ਨ ਬੜਾ ਜ਼ਬਰਦਸਤ ਹੁੰਦਾ। ਤਾੜੀਆਂ ਉਦੋਂ ਹੀ ਅੱਛੇ ਤਰੀਕੇ ਨਾਲ ਮਾਰਦੇ ਜਦੋਂ ਬਰਕਤ ਵਾਲੀ ਗੱਲ ਸਾਨੂੰ ਕਹੀ ਜਾਂਦੀ ਹੈ, ਲੇਕਿਨ ਜਦੋਂ ਪ੍ਰਭੂ ਦੇ ਵਚਨ ਨੂੰ ਗਹਿਰਾਈ ਨਾਲ ਜਾਣ ਕੇ ਪਰਮੇਸ਼ਰ ਨੂੰ ਜਾਣਨ ਦੀ ਗੱਲ ਆਉਂਦੀ, ਉਦੋਂ ਸਾਡਾ ਰਿਸਪੌਂਸ ਬੜਾ ਢਿੱਲਾ ਹੁੰਦਾ। ਹਾਂਜੀ ਹਾਲੇਲੂਇਆ। ਢਿੱਲਾ ਰਿਸਪੌਂਸ ਨਹੀਂ, ਪ੍ਰਭੂ ਬਾਰੇ ਜੋ ਅਸੀਂ ਗਿਆਨ ਸੁਣਦੇ ਪਏ ਉਹਦੇ ਵਚਨ ਦੇ ਵਿੱਚੋਂ ਜਦੋਂ ਉਹ ਸਾਡੇ ਅੰਦਰ ਆਵੇ ਉਹਦਾ ਸਵਾਗਤ ਕਰੀਏ। ਉਸ ਸਮੇਂ ਸਾਨੂੰ ਲੱਗਦਾ ਹੈ ਜਦੋਂ ਪਾਸਟਰ ਜੀ ਬਰਕਤ ਵਾਲੀ ਗੱਲ ਸਾਡੇ ਵਾਸਤੇ ਕਹਿਣਗੇ ਉਦੋਂ ਹੀ ਰਿਸਪੌਂਸ ਦੇਣਾ ਜ਼ਰੂਰੀ ਹੈ। ਨਹੀਂ, ਜਦੋਂ ਪਰਮੇਸ਼ਰ ਨੂੰ ਅਸੀਂ ਜਾਣੀਏ, ਉਹਦੇ ਵਚਨ ਨੂੰ ਸੁਣਨ ਦੇ ਦੌਰਾਨ ਸਾਡਾ ਰਿਸਪੌਂਸ ਜ਼ਬਰਦਸਤ ਹੋਣਾ ਚਾਹੀਦਾ ਹੈਗਾ ਏ। ਉੱਚੀ ਦਿਨੇ ਬੋਲ ਕੇ ਦੱਸਿਓ ਇਹ ਵਚਨ ਕੀ ਸੀ? 11:32 ਚ ਕੀ ਲਿਖਿਆ? ਸਾਰੇ ਨੇ ਬੋਲ ਕੇ ਦੱਸੋ ਕਲੀਸਿਆ। ਜੋ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਣਗੇ ਉਹ ਵੱਡੇ ਵੱਡੇ ਕੰਮ ਕਰਨਗੇ। ਅੱਜ ਯਹੋਵਾ ਪਰਮੇਸ਼ਰ ਦਾ ਗਿਆਨ ਕਈ ਵਾਰੀ ਸਾਨੂੰ ਨਹੀਂ ਹੁੰਦਾ। ਅੱਜ ਯਹੋਵਾ ਪਰਮੇਸ਼ਰ ਦਾ ਗਿਆਨ ਸਾਡੇ ਜੀਵਨਾਂ 'ਚ ਕਈ ਵਾਰੀ ਨਜ਼ਰ ਨਹੀਂ ਆਉਂਦਾ। ਸਾਨੂੰ ਗਿਆਨ ਹੁੰਦਾ ਹੈ ਕਿ ਸਾਡੇ ਪਰਿਵਾਰ ਦੀਆਂ ਲੋੜਾਂ ਕੀ ਨੇ, ਜ਼ਰੂਰਤਾਂ ਕੀ ਨੇ, ਇਹ ਕਿਵੇਂ ਪੂਰੀਆਂ ਹੋਣਗੀਆਂ। ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਹੈ। ਸਾਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਕੱਲ ਦਾ ਦਿਨ
ਜਦ ਮੈਂ ਸੌਂ ਕੇ ਉੱਠਣਾ ਏ, ਕੱਲ ਦੇ ਦਿਨ 'ਚ ਮੈਂ ਕੀ ਕੰਮ ਕਰਨੇ ਨੇ, ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਏ। ਸਾਨੂੰ ਸੋਸ਼ਲ ਮੀਡੀਆ ਦੇ ਉੱਪਰ ਜੋ ਚੱਲਦਾ ਪਿਆ ਏ ਉਹ ਦੇਖ ਕੇ, ਉਹਦੇ ਤੇ ਕੀ ਪ੍ਰਤੀਕਿਰਿਆ ਦੇਖ ਕੇ ਆਪਣੇ ਨਾਲ ਦੇ ਸਹਿਕਰਮੀਆਂ ਨਾਲ ਗੱਲਬਾਤ ਕਰਨੀ, ਕਈ ਵਾਰੀ ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਏ। ਪਰ ਮੈਂ ਤੁਹਾਨੂੰ ਦੱਸਣਾ, ਇਹ ਜਿਹੜੇ ਗਿਆਨ ਹੈਗੇ ਇਹਦੇ ਨਾਲ ਕੁਝ ਨਹੀਂ ਬਣਨਾ ਹੈਗਾ। ਸਾਨੂੰ ਸੰਸਾਰ ਦਾ ਗਿਆਨ ਹੁੰਦਾ, ਸਾਨੂੰ ਸਾਰੀ ਦੁਨੀਆ ਦਾ ਗਿਆਨ ਹੁੰਦਾ ਏ, ਇਹਦੇ ਨਾਲ ਬਾਈਬਲ ਦੱਸਦੀ ਸਾਨੂੰ ਕੋਈ ਫਾਇਦਾ ਹੀ ਨਹੀਂ ਹੋਏਗਾ। ਅਗਰ ਪਰਮੇਸ਼ਰ ਦਾ ਗਿਆਨ ਸਾਡੇ ਅੰਦਰ ਹੋਏਗਾ, ਸਮੱਸਿਆ ਜਿੰਨੀ ਵੱਡੀ ਮਰਜ਼ੀ ਹੋਵੇ, ਬਾਈਬਲ 'ਚ ਲਿਖਿਆ ਉਸ ਸਮੇਂ ਵੀ ਪ੍ਰਭੂ ਦੇ ਲੋਕ ਹੌਸਲਾ ਬਣ ਕੇ ਵੱਡੇ ਵੱਡੇ ਕੰਮ ਕਰਨਗੇ। ਪਰਮੇਸ਼ਰ ਦਾ ਵਚਨ ਕਹਿੰਦਾ ਹੈਗਾ ਏ, ਔਰ ਇਹ ਵਚਨ ਤੁਹਾਡੇ ਲਈ ਹੈ। ਮੈਂ ਤੁਹਾਨੂੰ ਸਾਫ਼-ਸਾਫ਼ ਕਹਿ ਦੇਣਾ ਚਾਹੁੰਦਾ ਹਾਂ, ਔਰ ਜੋ ਲੋਕ ਮੈਨੂੰ ਦੇਖ ਰਹੇ ਨੇ, ਮੈਂ ਦੱਸਣਾ ਚਾਹੁੰਦਾ ਇਹ ਪਰਮੇਸ਼ਰ ਦਾ ਵਚਨ ਤੁਹਾਡੇ ਲਈ ਵੀ ਹੈ। ਪਰ ਗਿਆਨ ਆਏਗਾ ਕਿੱਥੋਂ? ਇਹ ਮਿਲਦਾ ਕਿੱਥੋਂ ਆ? ਕਿਹੜੇ ਸ਼ੋਰੂਮ ਤੋਂ ਮਿਲਦਾ, ਕਿਹੜੇ ਮਾਲ ਤੋਂ ਮਿਲਦਾ ਏ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਕਿਸੇ ਦੁਕਾਨ ਤੋਂ ਨਹੀਂ ਮਿਲਦਾ, ਇਹ ਪੈਸਿਆਂ ਦਾ ਨਹੀਂ ਮਿਲਦਾ। ਪਰਮੇਸ਼ਰ ਦਾ ਵਚਨ ਤੁਹਾਡੇ ਕੋਲ ਹੈ। ਜਦੋਂ ਇਹ ਖੁੱਲਦਾ ਹੈ ਨਾ, ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਇਹ ਖੁੱਲਦਾ ਹੈ ਇਹਦੇ ਚੋਂ ਚਾਨਣ ਨਿਕਲਦਾ ਹੈ, ਚਾਨਣ ਹੋ ਜਾਂਦਾ ਹੈ। ਔਰ ਜਿਹੜੇ ਮੂਰਖ ਵੀ ਹੈਗੇ ਨਾ, ਕਹਿੰਦੇ ਉਹਨਾਂ ਨੂੰ ਵੀ ਸਮਝ ਮਿਲ ਜਾਂਦੀ ਹੈਗੀ ਆ। ਵਚਨ ਖੋਲਣ ਦਾ ਮਤਲਬ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਬਹਿ ਗਏ, ਪ੍ਰਭੂ ਜੀ ਸਾਡੇ ਨਾਲ ਗੱਲਬਾਤ ਕਰੋ, ਅੰਦਾਜ਼ੇ ਨਾਲ ਬਾਈਬਲ ਖੋਲ ਲਈ ਹੈਗੀ। ਜਿਹੜੇ ਵਚਨ ਤੇ ਰੱਖੀ ਉਂਗਲ ਉਹ ਵਚਨ ਮੇਰੇ ਵਾਸਤੇ, ਇਸ ਤਰ੍ਹਾਂ ਨਹੀਂ। ਵਚਨ ਖੁੱਲਣ ਦਾ ਮਤਲਬ ਇਹ ਨਹੀਂ ਹੈ, ਬਾਈਬਲ ਖੁੱਲਣਾ ਵੀ ਇਹਦਾ ਮਤਲਬ ਵਚਨ ਦਾ ਖੁੱਲਣਾ ਨਹੀਂ ਹੈ। ਲੇਕਿਨ ਜਦੋਂ ਬਾਈਬਲ ਖੋਲ ਕੇ ਪ੍ਰਭੂ ਦਾ ਵਚਨ ਤੁਸੀਂ ਪੜ੍ਹਦੇ ਆ ਨਾ, ਉਹਨੂੰ ਆਪਣੇ ਜੀਵਨ 'ਚ ਲੈਣੇ, ਉਹਦੇ ਮੁਤਾਬਿਕ ਕਰਦੇ ਆ, ਉਹਨੂੰ ਕਹਿੰਦੇ ਨੇ ਪ੍ਰਭੂ ਦੇ ਵਚਨ ਦਾ ਖੁੱਲ ਜਾਣਾ। ਹੁਣ ਮੈਂ ਕਹਿੰਦਾ, ਪ੍ਰਾਰਥਨਾ ਕਿੰਨੇ ਜਣੇ ਕਰਦੇ ਨੇ, ਬਾਈਬਲ ਕਿੰਨੇ ਨੇ ਪੜ੍ਹਦੇ ਨੇ? ਸਾਡੇ ਹੱਥ ਥੱਲੇ ਹੁੰਦੇ ਆ, ਅਸੀਂ ਹਮੇਸ਼ਾ ਢਿੱਲਾ ਜਿਹਾ ਮੂੰਹ ਕਰਕੇ ਬਹਿ ਜਾਂਦੇ ਆ। ਕੋਈ ਗੱਲ ਨਹੀਂ, ਇਹਦਾ ਮਤਲਬ ਤੁਹਾਡੇ ਜੀਵਨ 'ਚ ਵਚਨ ਹਜੇ ਖੁੱਲਿਆ ਹੀ ਨਹੀਂ ਹੈਗਾ, ਤੁਹਾਡੇ ਜੀਵਨ 'ਚ ਚਾਨਣ ਹੋਇਆ ਹੀ ਨਹੀਂ ਹੈਗਾ। ਤੁਸੀਂ ਹਜੇ ਹਨੇਰੇ 'ਚ ਤੁਰੇ ਫਿਰਦੇ ਹੈਗੇ। ਔਰ ਮੈਨੂੰ ਇਹ ਦੱਸੋ, ਜਿਹੜਾ ਵਿਅਕਤੀ ਹਨੇਰੇ 'ਚ ਤੁਰਦਾ, ਉਹਨੂੰ ਚੱਲਣ ਵਾਲੀ ਜਗ੍ਹਾ ਦਿੰਦੀ ਹੈਗੀ, ਰਾਸਤਾ ਨਜ਼ਰ ਆਉਂਦਾ ਸਹੀ ਤਰੀਕੇ ਦੇ ਨਾਲ? ਕਈ ਵਾਰੀ ਠੇਡਾ ਲੱਗ ਜਾਂਦਾ, ਕਈ ਵਾਰੀ ਟੋਇਆ ਟਿੱਬਾ ਜਾਂਦਾ ਹੈਗਾ ਏ, ਤੇ ਸਹੀ ਤਰੀਕੇ ਨਾਲ ਵਿਅਕਤੀ ਚੱਲ ਪਾਏਗਾ? ਜੇ ਉਹਨੂੰ ਕਿਹਾ ਜਾਵੇ ਉਹ ਇੱਕ ਅੱਛਾ ਦੌੜਾਕ ਹੋਵੇ, ਸਹੀ ਤਰੀਕੇ ਨਾਲ ਦੌੜ ਪਾਏਗਾ ਹਨੇਰੇ ਦੇ ਵਿੱਚ? ਬਿਲਕੁਲ ਵੀ ਨਹੀਂ। ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਹੈਗਾ ਹੈ, ਪ੍ਰਭੂ ਦੇ ਵਚਨ ਦਾ ਗਿਆਨ ਅਗਰ ਤੁਹਾਡੇ ਜੀਵਨਾਂ ਦੇ ਅੰਦਰ ਹੈ ਨਾ, ਤੁਸੀਂ ਵੱਡੇ ਵੱਡੇ ਕੰਮ ਕਰ ਪਾਓਗੇ। ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਔਰ ਬਹੁਤ ਸਾਰੇ ਕੰਮ ਅਜਿਹੇ ਹੋਣਗੇ ਜਿਹੜੇ ਤੁਹਾਡੇ ਲਈ ਬੜੇ ਵੱਡੇ ਵੱਡੇ ਹੋਣਗੇ। ਉਹ ਹੋ ਜਾਣਗੇ ਅਗਰ ਪ੍ਰਭੂ ਦੇ ਵਚਨ ਦਾ ਗਿਆਨ ਤੁਹਾਡੇ ਅੰਦਰ ਹੋਏਗਾ। ਔਰ ਪ੍ਰਭੂ ਦੇ ਵਚਨ ਦਾ ਗਿਆਨ ਕਿੱਥੋਂ ਆਏਗਾ? ਜਦੋਂ ਪ੍ਰਭੂ ਦੇ ਵਚਨ ਨੂੰ ਖੋਲਾਂਗੇ, ਪੜਾਂਗੇ, ਇਹਦੇ ਮੁਤਾਬਿਕ ਕਰ ਦੇਣਾ ਸ਼ੁਰੂ ਕਰ ਦਾਂਗੇ, ਇਹਦੇ ਉੱਤੇ ਐਕਸ਼ਨ ਲੈਣਾ ਸ਼ੁਰੂ ਹੋ ਜਾਏਗਾ, ਇਹਦੇ ਮੁਤਾਬਿਕ ਕਰਨਾ ਸ਼ੁਰੂ ਕਰ ਦੇਵਾਂਗੇ, ਚਾਨਣ ਹੋ ਜਾਏਗਾ। ਹੁਣ ਜਦੋਂ ਮੈਂ ਕਹਿੰਦਾ ਨਾ ਪ੍ਰਾਰਥਨਾ ਨਹੀਂ ਕਰਦੇ ਬਈ ਜੀ, ਪ੍ਰਾਰਥਨਾ ਕੋਈ ਚੱਕਰ ਨਹੀਂਗਾ, ਬਾਈਬਲ ਨਹੀਂ ਪੜ੍ਹਦੇ ਬਈ ਕੋਈ ਚੱਕਰ ਨਹੀਂ, ਇਹਦਾ ਮਤਲਬ ਵਚਨ ਤੁਹਾਡੇ ਜੀਵਨ 'ਚ ਖੁੱਲਿਆ ਹੀ ਨਹੀਂ ਹੈਗਾ ਹਜੇ ਤੱਕ। ਸੋਚੋ, ਹਨੇਰੇ 'ਚ ਦੌੜਿਆ ਨਹੀਂ ਜਾ ਸਕਦਾ, ਸਹੀ ਤਰੀਕੇ ਨਾਲ ਚੱਲਿਆ ਨਹੀਂ ਜਾ ਸਕਦਾ। ਜਦੋਂ ਹਨੇਰਾ ਨਾ ਸਾਡੇ ਜੀਵਨਾਂ 'ਚ, ਅਸੀਂ ਚੱਲ ਨਹੀਂ ਪਾਵਾਂਗੇ। ਮੈਂ ਤੁਹਾਨੂੰ ਸਾਫ਼ ਦੱਸਣਾ ਚਾਹੁੰਦਾ ਹੈਗਾ। ਸੋਚੋ, ਵਚਨ ਖੁੱਲੇਗਾ, ਇਹਨੂੰ ਅਸੀਂ ਪੜਾਂਗੇ, ਮੰਨਾਂਗੇ, ਤਦ ਚਾਨਣ ਹੋਏਗਾ। ਇਹ ਕੋਈ ਟਾਰਚ ਲਾਈਟ ਨਹੀਂ ਹੈ, ਤੁਸੀਂ ਬਟਨ ਨੱਪਿਆ ਔਨ ਹੋ ਜਾਏਗਾ, ਰਾਸਤਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਵਚਨ ਦਾ ਪਾਲਨ ਅਸੀਂ ਕਰਨਾ ਸ਼ੁਰੂ ਕਰ ਦੇਵਾਂਗੇ, ਰਾਸਤਾ ਵੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਔਰ ਜਦੋਂ ਰਾਸਤਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਤੁਸੀਂ ਤੁਰੋਗੇ ਨਹੀਂ, ਤੁਸੀਂ ਦੌੜ ਪਾਓਗੇ ਉਹਦੇ ਉੱਪਰ। ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕੀ ਹੈਗੇ ਹੋ ਜਿਹੜੇ ਤੁਸੀਂ ਆਪਣੀ ਜ਼ਿੰਦਗੀ 'ਚ ਬੜੇ ਪਿੱਛੇ ਹੋ, ਬੜੇ ਸਲੋ ਹੋ। ਤੁਹਾਨੂੰ ਲੱਗਦਾ ਪਿਆ ਕੁਝ ਚੀਜ਼ਾਂ ਮੇਰੇ ਜੀਵਨ 'ਚ ਬਦਲਦੀਆਂ ਕਿਉਂ ਨਹੀਂ ਪਈਆਂ? ਹਾਲਾਤ ਇਸ ਲਈ ਨਹੀਂ ਬਦਲਦੇ ਪਏ ਕਿਉਂਕਿ ਅਸੀਂ ਆਪਣੇ ਆਪ ਨੂੰ ਬਦਲਦੇ ਹੀ ਨਹੀਂ ਪਏ। ਤੀਜੇ ਹਫਤੇ ਸਾਡਾ ਪਾਸਟਰ ਪੁੱਛਦਾ, ਬਾਈਬਲ ਕਿੰਨੀ ਪੜ੍ਹਦੇ ਆ? ਸਾਡੇ ਹੱਥ ਥੱਲੇ ਦੇ ਥੱਲੇ। ਬਰਕਤ ਕਿਹਨੂੰ ਚਾਹੀਦੀ? ਸਾਡੇ ਦੋਵੇਂ ਹੱਥ ਤਾਂ। ਪ੍ਰਾਰਥਨਾ ਕਿੰਨੇ ਜਣੇ ਕਰਦੇ? ਸਾਡੇ ਦੋਵੇਂ ਹੱਥ ਥੱਲੇ। ਫਿਰ ਅਸੀਂ ਕਹਿੰਦੇ ਕੁਝ ਹੁੰਦਾ ਹੀ ਨਹੀਂ ਪਿਆ। ਬਹੁਤ ਕੁਝ ਹੋ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸ਼ੈਤਾਨ ਤੁਹਾਡੇ ਲਈ ਬੜਾ ਕੁਝ ਕਰਦਾ ਪਿਆ ਹੈਗਾ। ਪ੍ਰਭੂ ਵੀ ਕਰਨਾ ਚਾਹੁੰਦਾ ਹੈਗਾ। ਉਹਦੇ ਵਚਨ ਦਾ ਪਾਲਨ ਕਰਨਾ ਸ਼ੁਰੂ ਕਰੋ। ਫਿਰ ਅਸੀਂ ਕਹਿੰਦੇ ਫਾਈਨੈਂਸ਼ਲੀ ਪਾਸਟਰ ਜੀ ਬੜੇ ਤੰਗ ਆ। ਅਰੇ ਇੱਕ ਸਟੈਪ ਵਧਾ ਕੇ ਪ੍ਰਭੂ ਦੇ ਵਚਨ ਦੇ ਅਨੁਸਾਰ ਕਰਕੇ ਤਾਂ ਦੇਖੋ। ਸਾਨੂੰ ਪ੍ਰਭੂ ਪਹਿਲਾਂ ਦੇਵੇ ਦਸਵੰਧ ਫੇਰ ਦੇਵਾਂਗੇ। ਬਹੁਤ ਸਾਰੇ ਲੋਕਾਂ ਦੀ ਸਟੇਟਮੈਂਟ ਆ, ਗਲਤ ਸਟੇਟਮੈਂਟ ਹੈਗੀ ਆ। ਤੁਹਾਡੇ ਦਸਵੰਧ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਹਜ਼ਾਰਾਂ ਔਰ ਲੱਖਾਂ ਰੁਪਏ ਪ੍ਰਭੂ ਨੂੰ ਚਾਹੀਦੇ ਨੇ। ਪ੍ਰਭੂ ਤਾਂ ਇੱਕ ਔਰਤ ਜਿਹੜੀ ਥੈਲੀ ਪਾ ਕੇ ਜਾਂਦੀ ਨੇ ਉਹਨੂੰ ਵੀ ਵੇਖ ਕੇ ਕਹਿੰਦਾ ਬਹੁਤ ਹੈਗੇ ਨੇ, ਇਹਦੇ ਕੋਲ ਜੋ ਸੀ ਇਹਨੇ ਸਾਰਾ ਹੀ ਪਾ ਦਿੱਤਾ ਹੈਗਾ। ਸਾਨੂੰ ਲੱਗਦਾ ਸਾਡੇ ਕੋਲ ਹੈ ਹੀ ਨਹੀਂ, ਦਸਵੰਧ ਕੀ ਦਈਏ ਪ੍ਰਭੂ ਜੀ। ਤੇ ਪੁੱਛਣ ਵਾਲਾ ਹੋਵੇ ਤੁਹਾਡੇ ਵਾਸਤੇ ਏਲੀਆ ਨੂੰ ਕਾਂ ਖਾਣਾ ਥੋੜੀ ਲੈ ਕੇ ਆਉਂਦਾ ਹੈਗਾ ਕਿ ਕਾਂ ਲੈ ਕੇ ਆਉਂਦਾ ਖਾਣਾ। ਜਿਹੜੇ ਦਸਵੰਧ ਨਹੀਂ ਦਿੰਦੇ ਮੈਨੂੰ ਲੱਗਦਾ ਉਹਨਾਂ ਵਾਸਤੇ ਕਾਂ ਹੀ ਸ਼ਾਇਦ ਖਾਣਾ ਲੈ ਕੇ ਆਉਂਦਾ ਹੈਗਾ। ਕੁਝ ਗੱਲਾਂ ਨੂੰ ਬਦਲੀਏ। ਬਾਈਬਲ 'ਚ ਲਿਖਿਆ ਜਿਹੜੇ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਦੇ ਨੇ ਉਹ ਵੱਡੇ ਵੱਡੇ ਕੰਮ ਕਰਨਗੇ।
मैं तुहानूं दसना चाहुंदा, अगर तुहानूं अपने काम का ज्ञान ज़्यादा हैगा है कि इस दिन काम करने नाल ज़्यादा फायदा होएगा, उन्हां सारियां गल्लां नूं छड्ड दईए और परमेश्वर नूं उस जगह के उपर रख लईए, प्रभु नूं मौका दईए। प्रभु जदों उहनूं तुसीं जाणोगे ना तो वड्डे वड्डे काम तुसीं कर पाओगे, कोई काम तुहाडे लई औखा नहीं होएगा। आ पक्खे घुमदे पए ना, ये काहदे नाल चलदे पए ने? हुण कईयां नूं इह भी ज्ञान नहीं हैगा भी ये चलदे काहदे नाल पए ने। सोचो किहड़े वड्डे काम करां, काहदे नाल चलदे पए ने? बिजली नाल चलदे पए ने। सही गल हैगी आ, किन्ने जने सहमत आ बिजली नाल चलदे पए गए? शाबाश, अद्धे नूं हजे भी शक ही हैगा, ਉਹ ਬਿਜਲੀ ਨਾਲ ਹੀ ਚੱਲਦੇ ਆ ਪੱਖੇ। ਕਿਸੇ ਨਾ ਕਿਸੇ ਵਿਅਕਤੀ ਵੱਲੋਂ ਤਾਂ ਬਿਜਲੀ ਬਣਾਈ ਗਈ ਹੋਏਗੀ ਨਾ। ਤੁਹਾਨੂੰ ਪਤਾ ਹੈ ਬਿਜਲੀ ਕਿਹਨੇ ਬਣਾਈ ਹੈ? ਏਸੀ ਕਰੰਟ ਕਿਹਨੇ ਬਣਾਇਆ? ਕ੍ਰਿਸਚੀਅਨ ਵਿਅਕਤੀ ਨੇ ਬਣਾਇਆਗਾ। ਡੀਸੀ ਕਰੰਟ ਕਿਹਨੇ ਬਣਾਇਆ? ਕ੍ਰਿਸਚੀਅਨ ਵਿਅਕਤੀ ਨੇ ਬਣਾਇਆਗਾ। ਮੈਂ ਪਹਿਲਾਂ ਵੀ ਦੱਸਿਆ ਸੀ ਜਿਹੜੀ ਬਿਜਲੀ ਬਣਾਇਆ ਸੀ ਨਾ ਏਸੀ ਕਰੰਟ, ਇੱਕ ਵਿਅਕਤੀ ਹੈ, ਉਹਦਾ ਜਨਮ ਹੁੰਦਾ ਹੈਗਾ ਨਿਕੋਲਸ ਟੈਸਲਾ ਉਹਦਾ ਨਾਮ ਹੈਗਾ, ਯਾਦ ਰੱਖਿਓ ਜੀ। ਉਹ ਸਾਇੰਟਿਸਟ ਆ, ਉਹਦੇ ਪਿਤਾ ਇੱਕ ਪਾਸਟਰ ਹੈਗੇ ਨੇ। ਪਾਸਟਰ ਦਾ ਉਹ ਬੇਟਾ ਹੈ ਔਰ ਜਦੋਂ ਬੱਚਾ ਹੈ ਉਹਨੂੰ ਸੁਪਨਾ ਦਿਖਾਈ ਦਿੱਤਾ, ਜੋ ਉਹਦੇ ਬਾਰੇ ਡਾਕੂਮੈਂਟਰੀਜ਼ ਬਣੀਆਂ ਨੇ, ਸਟੋਰੀਆਂ ਬਣੀਆਂ ਨੇ, ਉਹਨੂੰ ਸੁਪਨਾ ਦਿਖਾਈ ਦਿੱਤਾ। ਪਰ ਮੈਂ ਅਗਰ ਕਹਾਂ ਸਾਡੇ ਪਰਮੇਸ਼ਰ ਦੇ ਸਿਸਟਮ ਦੇ ਹਿਸਾਬ ਨਾਲ ਤਾਂ ਉਹਨੂੰ ਇੱਕ ਦਰਸ਼ਨ ਦਿਖਾਈ ਦਿੱਤਾ ਹੈਗਾ। ਇਹ ਉਹਨੂੰ ਸੁਪਨਾ ਦਿਖਾਈ ਪਤਾ ਕੀ ਦਿੱਤਾ ਹੈਗਾ? ਨਿਆਗਰਾ ਫਾਲ ਜੋ ਹੈ ਕੈਨੇਡਾ ਦੇ ਵਿੱਚ, ਉੱਥੇ ਉਹਨੇ ਮੋਟਰਾਂ ਫਿੱਟ ਕੀਤੀਆਂ ਹੋਈਆਂ ਨੇ, ਉੱਤੋਂ ਪਾਣੀ ਡਿੱਗਦਾ ਪਿਆ ਔਰ ਬਿਜਲੀ ਪੈਦਾ ਹੋ ਰਹੀ ਹੈ। ਸੋਚਿਓ ਉਦੋਂ ਬਿਜਲੀ ਦਾ ਕੋਈ ਸਿਸਟਮ ਹੀ ਹੈ ਨਹੀਂ ਸੀਗਾ, ਬਿਜਲੀ ਦਾ ਕੋਈ ਸਿਸਟਮ ਨਹੀਂ। ਉਹਨੂੰ ਸੁਪਨਾ ਦਿਖਾਈ ਦਿੱਤਾ ਹੈਗਾ ਔਰ ਉਹਦੇ ਮੁਤਾਬਕ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਉਹਨੇ ਕਰੰਟ ਦੀ ਖੋਜ ਕਰ ਦਿੱਤੀ ਹੈਗੀ ਆ। ਹੁਣ ਮੈਨੂੰ ਇਹ ਦੱਸੋ ਤੁਸੀਂ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ? ਸੋਚੋ ਜਿਹੜੇ ਵਿਅਕਤੀ ਨੂੰ ਪਤਾ ਹੀ ਨਹੀਂ ਕਰੰਟ ਹੁੰਦਾ ਕੀ ਆ, ਉਹਨੂੰ ਦਰਸ਼ਨ ਨਜ਼ਰ ਆਉਂਦਾ ਹੈ, ਸੁਪਨਾ ਨਜ਼ਰ ਆਉਂਦਾ ਹੈਗਾ ਔਰ ਉਹ ਚੀਜ਼ ਨੂੰ ਬਣਾ ਦਿੰਦਾ ਕਈ ਸਾਲਾਂ ਦੇ ਬਾਅਦ। ਸਾਨੂੰ ਤਾਂ ਬਾਈਬਲ ਸਾਰਾ ਕੁਝ ਦੱਸਦੀ ਆ, ਅਸੀਂ ਫਿਰ ਵੀ ਨਹੀਂ ਕਰਦੇ ਪਏ ਤੇ ਫਿਰ ਵੀ ਵੱਡੇ ਚਮਤਕਾਰ ਚਾਰੇ ਕੀ ਹੋ ਪਾਏਗਾ? ਨਹੀਂ ਹੋਏਗਾ। ਪਰ ਬਾਈਬਲ ਦੇ ਮੁਤਾਬਿਕ ਅਗਰ ਚੱਲਣਾ ਸ਼ੁਰੂ ਕਰ ਦੋਗੇ, ਪਰਮੇਸ਼ਰ ਵੱਡੇ ਵੱਡੇ ਕੰਮਾਂ ਨੂੰ ਤੁਹਾਡੇ ਜੀਵਨ 'ਚ ਕਰ ਦੇਣਗੇ। ਪ੍ਰੋਬਲਮ ਪਤਾ ਕੀ ਹੈਗੀ ਆ? 2 ਘੰਟੇ ਦੀ ਪ੍ਰਾਰਥਨਾ ਕਈ ਵਾਰੀ ਹੁੰਦੀ ਆ, 4 ਘੰਟੇ ਫੋਨ ਦੇ ਉੱਪਰ ਹੈਗੇ ਆ। ਹੁਣ ਮੈਨੂੰ ਇਹ ਦੱਸੋ, 4 ਘੰਟੇ ਫੋਨ ਦੇ ਉੱਪਰ 2 ਘੰਟੇ ਦੀ ਪ੍ਰਾਰਥਨਾ, ਕਿਹੜੀ ਗੱਲ ਤੁਹਾਡੇ ਤੇ ਵੱਧ ਪ੍ਰਭਾਵ ਪਾਏਗੀ? ਫੋਨ ਪ੍ਰਭਾਵ ਪਾਏਗਾ? 4 ਘੰਟੇ ਜਿਹੜਾ ਤੁਸੀਂ ਵਰਤਿਆ ਜਾਂ 2 ਘੰਟੇ ਦੀ ਪ੍ਰਾਰਥਨਾ ਪ੍ਰਭਾਵ ਪਾਏਗੀ? ਦੱਸੋ ਮੈਨੂੰ। ਫੋਨ ਪ੍ਰਭਾਵ ਪਾਏਗਾ। ਅਹਿਮੀਅਤ ਕਿਹਨੂੰ ਜ਼ਿਆਦਾ ਦੇ ਰਹੇ ਆ? ਫੋਨ ਨੂੰ। ਪ੍ਰਭੂ ਕਿੱਧਰ ਗਿਆ ਹੈਗਾ? ਪ੍ਰਭੂ ਤਾਂ 2 ਘੰਟੇ ਪ੍ਰਾਰਥਨਾ ਕਰ ਲਈ ਜੀ, ਗੁੱਠੇ ਲਾਇਆ ਹੋਇਆ ਪ੍ਰਭੂ ਦਾ। ਅਸੀਂ 4 ਘੰਟੇ ਫੋਨ ਯੂਜ਼ ਕਰਾਂਗੇ, ਅਸੀਂ 2 ਘੰਟੇ ਕਰਾਂਗੇ ਪ੍ਰਾਰਥਨਾ। ਰਿਜ਼ਲਟ ਭਾਲਦੇ ਆ ਪ੍ਰਭੂ ਕੋਲੋਂ, ਅਹਿਮੀਅਤ ਦੇ ਰਹੇ ਜ਼ਿਆਦਾ ਫੋਨ ਨੂੰ। ਗਿਆਨ ਸਾਨੂੰ ਫੋਨ ਦਾ ਜ਼ਿਆਦਾ ਹੈ, ਪ੍ਰਭੂ ਦਾ ਘੱਟ ਹੈਗਾ। ਫਿਰ ਕੰਮ ਵੱਡੇ ਨਹੀਂ ਹੋਣਗੇ, ਕੰਮ ਛੋਟੇ ਛੋਟੇ ਜਿਹੇ ਹੋਣਗੇ। ਕਦੇ ਢਿੱਡ ਦਰਦ ਹੈਗਾ, ਉਹ ਸਹੀ ਹੋ ਗਿਆ ਸਾਡਾ। ਕਦੇ ਵੱਖੀ 'ਚ ਦਰਦ ਆ, ਉਹ ਸਹੀ ਹੋ ਗਿਆ। ਕਦੇ ਲੱਤ 'ਚ ਦਰਦ ਆ, ਉਹ ਸਹੀ ਹੋ ਗਿਆ। ਬਸ ਇੰਨਾ ਕੁ ਕੰਮ ਹੀ ਪ੍ਰਭੂ ਕਰੇਗਾ, ਜ਼ਿਆਦਾ ਕੰਮ ਨਹੀਂ ਕਰ ਪਾਏਗਾ। ਇਹ ਨਿੱਕੇ ਨਿੱਕੇ ਕੰਮ ਚਾਹੁੰਦੇ ਕਿ ਤੁਸੀਂ ਵੱਡੇ ਵੱਡੇ ਕੰਮ ਚਾਹੁੰਦੇ ਹੈਗੇ ਆ? ਤੁਸੀਂ ਚਾਹੁੰਦੇ ਕਿ ਹਾਲਾਤਾਂ ਨੂੰ ਪਰਮੇਸ਼ਰ ਬਦਲ ਕੇ ਰੱਖ ਦੇਵੇ, ਪਲਟ ਕੇ ਰੱਖ ਦੇਵੇ? ਅਗਰ ਬੋਲੋਗੇ ਤਾਂ ਅਗਲੀ ਅਸਲੀ ਵਚਨ ਤਾਂ ਹੁਣ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਣਾ ਹੈਗਾ। ਕਿੰਨੇ ਜਣੇ ਚਾਹੁੰਦੇ ਨੇ ਪਰਮੇਸ਼ਰ ਤੁਹਾਡੇ ਹਾਲਾਤਾਂ ਨੂੰ ਪਲਟ ਕੇ ਰੱਖ ਦੇਵੇ? ਪ੍ਰੇਰਿਤਾਂ ਦੇ ਕੰਮ ਕਰ ਲਓ, 8ਵਾਂ ਅਧਿਆਇ। ਇਹ ਵਚਨ ਮੈਂ ਪਹਿਲਾਂ ਵੀ ਸੁਣਾਇਆ ਹੈਗਾ, 8ਵਾਂ ਅਧਿਆਇ 26 ਐਤ ਤੋਂ ਪੜ੍ਹੋ ਜੇ ਕੀ ਲਿਖਿਆ ਹੈਗਾ। फिर प्रभु के एक स्वर्गदूत ने फिलिप्पुस से कहा, उठ और दक्षिण की ओर उस मार्ग पर जा जो यरूशलेम से गाजा को जाता है। यह रेगिस्तानी मार्ग है। वह उठकर चल दिया और देखो, कूश देश का एक मनुष्य आ रहा था जो खोजा और कुशियों की रानी कंदाके का मंत्री और खजांची था। वह आराधना करने को यरूशलेम आया था। वह अपने रथ पर बैठा हुआ था और यशायाह भविष्यद्वक्ता की पुस्तक पढ़ता हुआ लौटा जा रहा था। तब आत्मा ने फिलिप्पुस से कहा, निकट जाकर इस रथ के साथ हो ले। फिलिप्पुस उसकी ओर दौड़ा और उससे यशायाह भविष्यद्वक्ता की पुस्तक पढ़ते हुए सुना और पूछा, तू जो पढ़ रहा है क्या उसे समझता भी है? उसने कहा, जब तक कोई मुझे ना समझाए तो मैं कैसे समझूं? और उसने फिलिप्पुस से विनती की कि वह चढ़कर उसके पास बैठे। पवित्र शास्त्र का जो अध्याय वह पढ़ रहा था वह यह था, वह हालेलुया। हालेलुया। रुक जावांगे ਅਸੀਂ। ਬਾਈਬਲ 'ਚ ਲਿਖਿਆ ਫਿਲਿੱਪਸ ਨੂੰ ਪ੍ਰਭੂ ਕਹਿ ਰਹੇ ਨੇ। ਕੀ ਕਹਿ ਰਹੇ ਨੇ? ਕਲੀਸਿਆ ਬੋਲ ਕੇ ਦੱਸੋ ਕੀ ਕਹਿ ਰਹੇ ਨੇ? ਫਿਲਿੱਪਸ ਨੂੰ ਪ੍ਰਭੂ ਕੀ ਕਹਿ ਰਹੇ ਨੇ? ਕੀ ਕਹਿ ਰਹੇ ਨੇ? ਉੱਠ। ਵੈਰੀ ਗੁੱਡ। ਜਿਹੜੇ ਬੋਲਦੇ ਪਏ ਨੇ ਪਰਮੇਸ਼ਰ ਤੁਹਾਨੂੰ ਬਹੁਤ ਬਲੈਸ ਕਰਨ। ਕਹਿੰਦੇ ਉੱਠ ਔਰ ਦੱਖਣ ਦੇ ਵੱਲ ਜਾ। ਇੱਕ ਰਾਸਤਾ ਹੈਗਾ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਦੇ ਵੱਲ ਜਾਂਦਾ ਹੈਗਾ। ਪਰਮੇਸ਼ਰ ਫਿਲਿੱਪਸ ਨੂੰ ਕਹਿ ਰਹੇ ਨੇ, ਉੱਠ ਜਲਦੀ ਦੇ ਨਾਲ ਖੜਾ ਹੋ ਔਰ ਇੱਕ ਰਾਸਤਾ ਹੈਗਾ, ਜਲਦੀ ਦੇ ਨਾਲ ਉਧਰ ਨੂੰ ਜਾ। ਤੁਹਾਨੂੰ ਪਤਾ ਜਦੋਂ ਫਿਲਿੱਪਸ ਨੂੰ ਪ੍ਰਭੂ ਇਹ ਗੱਲ ਕਹਿ ਰਹੇ ਨੇ, ਇੱਥੇ ਟਾਈਮ ਮੈਂਸ਼ਨ ਨਹੀਂ ਹੈ।
ਟਾਈਮ ਦਾ ਜ਼ਿਕਰ ਨਹੀਂ ਹੈ ਕਿ ਕਿਸ ਟਾਈਮ ਇਹ ਗੱਲ ਪ੍ਰਭੂ ਫਿਲਿਪਸ ਨੂੰ ਕਹਿ ਰਹੇ ਨੇ, ਲੇਕਿਨ ਅਗਰ ਸਾਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ ਇਹ ਤਕਰੀਬਨ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਮਾਂ ਸਵੇਰ ਦਾ ਹੀ ਹੈ। ਹਾਲੇਲੂਇਆ, ਇਹ ਸਮਾਂ ਸਵੇਰ ਦਾ ਹੈਗਾ ਏ ਔਰ ਪ੍ਰਭੂ ਕਹਿ ਰਹੇ ਨੇ ਜਲਦੀ ਦੇ ਨਾਲ ਉੱਠ, ਦੱਖਣ ਦੇ ਵੱਲ ਜਾ। ਇੱਕ ਰਾਸਤਾ ਯਰੂਸ਼ਲਮ ਤੋਂ ਗਾਜ਼ਾ ਦੇ ਵੱਲ ਜਾਂਦਾ, ਉਸ ਰਾਸਤੇ ਦੇ ਵੱਲ ਦੌੜ ਕੇ ਜਾ। ਮੈਨੂੰ ਇੱਕ ਗੱਲ ਦੱਸੋ, ਜਦੋਂ ਪਰਮੇਸ਼ਰ ਕਹਿ ਰਹੇ ਉਹਨਾਂ ਸਪੀਡ ਦੇ ਨਾਲ ਉਧਰ ਨੂੰ ਜਾਣਾ ਹੈਗਾ ਏ, ਤਾਂ ਮੈਨੂੰ ਇੱਕ ਗੱਲ ਦੱਸੋ, ਫਿਲਿਪਸ ਆਰਾਮ ਦੇ ਨਾਲ ਤੁਰ ਕੇ ਗਿਆ ਹੋਏਗਾ ਟਹਿਲਦਾ ਕਿ ਤੇਜ਼ੀ ਦੇ ਨਾਲ ਗਿਆ ਹੋਏਗਾ? ਇੱਕ ਗੱਲ ਯਾਦ ਰੱਖਿਓ, ਪ੍ਰਭੂ ਅਗਰ ਕਹਿ ਰਹੇ ਨਾ ਤੇਜ਼ੀ ਨਾਲ ਕੰਮ ਕਰਨਾ, ਸਪੀਡ ਨਾਲ ਕਰਨਾ, ਤਾਂ ਉਹਦੇ ਕੰਮ ਦੀ ਸਪੀਡ ਸਲੋ ਨਹੀਂ, ਫਾਸਟ ਹੋਣੀ ਚਾਹੀਦੀ ਸਾਡੇ ਜੀਵਨਾਂ ਦੇ ਵਿੱਚ। ਜਦੋਂ ਪ੍ਰਭੂ ਦਾ ਵਚਨ ਕੁਝ ਕਰਨ ਦੇ ਲਈ ਕਹਿ ਰਿਹਾ, ਤੁਰੰਤ ਉਹਦੇ ਵਚਨ ਦਾ ਪਾਲਨ ਕਰੋ। ਜੇ ਇਹ ਵਿਅਕਤੀ ਤੁਰੰਤ ਪਾਲਨ ਕਰਦਾ ਪਿਆ, ਇਹ ਵਿਅਕਤੀ ਬਾਈਬਲ ਦੇ ਵਿੱਚ ਹੈ, ਜਦੋਂ ਤੁਸੀਂ ਤੁਰੰਤ ਪ੍ਰਭੂ ਦੇ ਵਚਨ ਦਾ ਪਾਲਨ ਕਰੋਗੇ, ਤੁਸੀਂ ਗਵਾਹੀ ਵਾਲੀ ਲਾਈਨ ਦੇ ਵਿੱਚ ਖੜੇ ਹੋਵੋਗੇ। ਹੁਣ ਜਦੋਂ ਪ੍ਰਭੂ ਕਹਿ ਰਹੇ ਨੇ ਉਧਰ ਨੂੰ ਜਾ, ਵੇਟ ਕੀਤੀ ਹੋਵੇਗੀ ਕਿਉਂਕਿ ਇੱਕ ਅੱਧਾ ਵਿਅਕਤੀ ਮਿਲ ਜਾਵੇ ਤਾਂ ਉਸ ਰਾਸਤੇ ਵੱਲ ਜਾਂਦੇ ਜਾਂਦੇ ਪ੍ਰਭੂ ਜੋ ਕਹਿ ਰਿਹਾ ਉਹਦਾ ਪਾਲਨ ਵੀ ਹੋ ਜਾਏਗਾ। ਚਲੋ ਇੱਕ ਅੱਧਾ ਵਿਅਕਤੀ ਅਗਰ ਮੈਂ ਸਾਥ ਲੈ ਲਵਾਂ, ਦੋਸਤ ਮਿੱਤਰ ਅਗਰ ਸਾਥ ਮਿਲ ਜਾਵੇ ਤਾਂ ਸਾਥ ਹੋ ਜਾਏਗਾ, ਗੱਲਾਂ ਬਾਤਾਂ ਮਾਰਦੇ ਉਧਰ ਨੂੰ ਚਲਾਂਗੇ, ਨਾਲੇ ਪਰਮੇਸ਼ਰ ਦੀ ਗੱਲ ਸੁਣ ਲਾਂਗੇ ਪ੍ਰਭੂ ਕੀ ਕਹਿ ਰਹੇ ਨੇ। ਕਈ ਵਾਰੀ ਅਸੀਂ ਇਸ ਤਰ੍ਹਾਂ ਹੀ ਕਰਦੇ ਹੈਗੇ ਆ। ਕਈ ਵਾਰੀ ਫੈਮਿਲੀ ਮੈਂਬਰਾਂ ਦੀ ਕੰਪਲੀਟ ਹੁੰਦੀ ਆ, ਉਹ ਫਲਾਨਾ ਫੈਮਿਲੀ ਮੈਂਬਰ, ਉਹਦੇ ਕਰਕੇ ਮੈਂ ਪ੍ਰਾਰਥਨਾ ਨਹੀਂ ਕਰਦਾ ਪਿਆ, ਉਹ ਮੈਨੂੰ ਪ੍ਰਾਰਥਨਾ ਨਹੀਂ ਕਰਨ ਦਿੰਦਾ ਪਿਆ, ਮੇਰਾ ਬੌਸ ਹੈਗਾ ਕੰਮ ਕਰ, ਉਹ ਪ੍ਰਾਰਥਨਾ ਨਹੀਂ ਕਰਨ ਦੇ ਰਿਹਾ। ਸਾਡੇ ਵੱਖਰੇ ਵੱਖਰੇ ਬਾਨੇ ਨੇ। ਇਹ ਵਿਅਕਤੀ ਨੂੰ ਪਰਮੇਸ਼ਰ ਕਹਿ ਰਹੇ ਨੇ ਉੱਠ ਤੇ ਉਸ ਰਾਸਤੇ ਵੱਲ ਚਲਾ ਜਾ। ਇੱਕ ਗੱਲ ਯਾਦ ਰੱਖਿਓ, ਜਦੋਂ ਪਰਮੇਸ਼ਰ ਕੁਝ ਵੀ ਤੁਹਾਨੂੰ ਕਰਨ ਦੇ ਲਈ ਕਹਿਣ, ਇਹਦਾ ਮਤਲਬ ਪਤਾ ਕੀ ਆ? ਪਰਮੇਸ਼ਰ ਆਪਣੇ ਕੰਮ ਨੂੰ ਤਾਂ ਤੁਹਾਡੇ ਤੋਂ ਕਰਵਾ ਹੀ ਰਹੇ ਨੇ, ਪਲੱਸ ਪਰਮੇਸ਼ਰ ਕੁਝ ਕੰਮ ਤੁਹਾਡੇ ਜੀਵਨਾਂ ਦੇ ਵਿੱਚ ਵੀ ਕਰਨ ਦੇ ਲਈ ਜਾ ਰਹੇ ਹਨ। ਇਹ ਵਚਨ ਬੜਾ ਜ਼ਬਰਦਸਤ ਆ, ਧਿਆਨ ਦੇ ਨਾਲ ਸੁਣ ਲਿਓ ਜੀ। ਅੱਜ ਅਗਰ ਇਹ ਸਮਾਂ ਸਵੇਰ ਦਾ ਹੈ, ਕਿਉਂਕਿ ਸਫ਼ਰ ਉਸ ਟਾਈਮ ਲੋਕੀ ਸਵੇਰ ਤੋਂ ਸ਼ੁਰੂ ਕਰ ਦਿੰਦੇ ਸੀ, ਰਾਤ ਨੂੰ ਕੋਈ ਸਫ਼ਰ ਨਹੀਂ ਕਰਦਾ ਹੁੰਦਾ ਸੀ। ਤੋਂ ਸੋਚੋ, ਇਹ ਜੋ ਵਿਅਕਤੀ ਹੈ ਜੋ ਰਥ ਦੇ ਉੱਪਰ ਬੈਠਾ ਜਾ ਰਿਹਾ ਹੈ, ਤੁਹਾਨੂੰ ਪਤਾ ਇਹਦੇ 'ਚ ਇੱਕ ਬੜੀ ਜ਼ਬਰਦਸਤ ਤੇ ਖਾਸ ਗੱਲ ਹੈ। ਕੱਲਾ ਇਹ ਪ੍ਰਭੂ ਦਾ ਵਚਨ ਹੀ ਨਹੀਂ ਪੜ੍ਹਦਾ ਜਾ ਰਿਹਾ ਰਥ ਉੱਪਰ ਬੈਠ ਕੇ, ਇਹ ਤੋਂ ਬਿਨਾਂ ਇਹਦੇ ਅੰਦਰ ਇੱਕ ਬੜੀ ਜ਼ਬਰਦਸਤ ਕੁਆਲਿਟੀ ਹੈ। ਪਰਮੇਸ਼ਰ ਆਪਦੇ ਚੇਲੇ ਨੂੰ ਕਹਿੰਦਾ ਜਾ ਭੱਜ ਕੇ ਜਾ ਤੇ ਉਹਨੂੰ ਵਚਨ ਸੁਣਾ ਕੇ ਆ। ਕਿਉਂ ਵਚਨ ਸੁਣਾ ਕੇ ਆਵੇ ਉਹਨੂੰ? ਇਹਦਾ ਮਤਲਬ ਜਿਹਨੂੰ ਵਚਨ ਸੁਣਾਇਆ ਜਾਣਾ, ਉਹਦੇ ਅੰਦਰ ਵੀ ਭੁੱਖ ਔਰ ਪਿਆਸ ਹੈ ਪ੍ਰਭੂ ਦੇ ਲਈ, ਉਹ ਵੀ ਜਾਣਨਾ ਚਾਹੁੰਦਾ ਹੈ ਪ੍ਰਭੂ ਨੂੰ ਗਹਿਰਾਈ ਦੇ ਨਾਲ, ਔਰ ਪਰਮੇਸ਼ਰ ਦੇ ਲਈ ਕੁਝ ਕਰਨਾ ਚਾਹੁੰਦਾ ਹੈ। ਇੱਥੇ ਜ਼ਬਰਦਸਤ ਗੱਲ ਪਤਾ ਕੀ ਆ? ਬਾਈਬਲ ਦੇ ਮੁਤਾਬਿਕ ਅਰਲੀ ਮਾਰਨਿੰਗ ਇਹਨੇ ਪ੍ਰਭੂ ਦੀ ਆਰਾਧਨਾ ਕੀਤੀ, ਕੰਮ ਖਤਮ ਕਰਕੇ ਸਵੇਰ ਹੀ ਆਪਣੇ ਰਾਸਤੇ ਦੇ ਉੱਪਰ ਨਿਕਲ ਪਿਆ ਹੈਗਾ ਏ। ਅਸੀਂ ਕਈ ਵਾਰੀ ਸਵੇਰ ਉੱਠਦੇ ਹਾਂ, ਅਸੀਂ ਕੋਈ ਪ੍ਰਾਰਥਨਾ ਨਹੀਂ, ਕੋਈ ਵਚਨ ਨਹੀਂ, ਫੋਨ ਚੱਕਦੇ ਹਾਂ, ਦੇਖਦੇ ਪੂਰੀ ਦੁਨੀਆ 'ਚ ਕਿੱਥੇ ਕੋਈ ਮਰ ਗਿਆ ਹੈਗਾ, ਕਿੱਥੇ ਕਤਲ ਹੋ ਗਿਆ, ਕਿੱਥੇ ਐਕਸੀਡੈਂਟ ਹੋ ਗਿਆ, ਦਿਮਾਗ ਨੂੰ ਨੈਗੇਟਿਵਿਟੀ ਨਾਲ ਭਰ ਲੈਂਦੇ ਆ। ਨਿਰਾਸ਼ਾ ਵਾਲੀਆਂ ਖਬਰਾਂ, ਲੋਕਾਂ ਦਾ ਰੋਣਾ, ਇਹ ਗੱਲਾਂ ਸੁਣ ਕੇ ਇੰਟਰਨੈਟ ਦੇ ਉੱਪਰ ਸਵੇਰ ਹੀ ਆਪਣੇ ਦਿਮਾਗ ਨੂੰ ਅਸੀਂ ਭਰ ਲੈਂਦੇ ਆ। ਸਵੇਰ ਦਿਮਾਗ ਫਰੈਸ਼ ਹੁੰਦਾ ਹੈ, ਪ੍ਰਭੂ ਨੂੰ ਭਰ ਲਓ ਜੇ ਸਾਰਾ ਦਿਨ ਵਧੀਆ ਨਿਕਲੇਗਾ। ਪਰ ਕਈ ਵਾਰੀ ਕੀ ਕਰਦੇ ਆ, ਫੋਨ ਦੇ ਦੁਆਰਾ ਜੋ ਖਬਰਾਂ ਆਉਂਦੀਆਂ ਨੇ, ਇੰਨੀਆਂ ਗੜਬੜੀ ਵਾਲੀਆਂ ਖਬਰਾਂ ਆਉਂਦੀਆਂ, ਇਹ ਅੰਦਰ ਭਰ ਲੈਂਦੇ ਨਾ ਜਦੋਂ, ਉਸ ਤੋਂ ਬਾਅਦ ਸਾਰਾ ਦਿਨ ਸਾਡਾ ਖਰਾਬ ਹੋ ਜਾਂਦਾ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਨੂੰ ਵਾਰ-ਵਾਰ ਨੈਗੇਟਿਵਿਟੀ ਕਿਉਂ ਮਹਿਸੂਸ ਹੁੰਦੀ ਆ, ਪ੍ਰਾਰਥਨਾ ਕਿਉਂ ਨਹੀਂ ਹੋ ਰਹੀ, ਨਿਰਾਸ਼ਾ ਕਿਉਂ ਫੀਲ ਹੁੰਦੀ, ਸਾਨੂੰ ਪਤਾ ਨਹੀਂ ਲੱਗਦਾ। ਉਹਦਾ ਇੱਕ ਕਾਰਨ ਇਹ ਵੀ ਹੈ। ਬਾਈਬਲ 'ਚ ਲਿਖਿਆ ਇਹ ਵਿਅਕਤੀ ਸਵੇਰ ਉੱਠ ਕੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਕੇ, ਉਹਦੀ ਆਰਾਧਨਾ ਕਰਕੇ ਆਪਣੇ ਸਥਾਨ ਦੇ ਵੱਲ ਵਾਪਿਸ ਜਾ ਰਿਹਾ ਹੈ। ਇੰਨਾ ਜ਼ਬਰਦਸਤੀ ਦਾ ਡੈਡੀਕੇਸ਼ਨ ਹੈਗਾ ਏ। ਪ੍ਰਾਰਥਨਾ ਵੀ ਕਰ ਲਈ ਸਵੇਰ ਬਿਨਾਂ ਸੁਸਤੀ ਤੋਂ ਪ੍ਰਾਰਥਨਾ ਕਰ ਲਈ, ਔਰ ਵਾਪਿਸ ਜਾ ਰਿਹਾ ਹੈਗਾ ਏ। ਔਰ ਬਾਵਜੂਦ ਇਹਨਾਂ ਗੱਲਾਂ ਦੇ ਬਾਈਬਲ 'ਚ ਲਿਖਿਆ ਹੈ, ਬਾਈਬਲ ਵੀ ਪੜ੍ਹਦਾ ਜਾ ਰਿਹਾ ਹੈ, ਪ੍ਰਭੂ ਦੇ ਵਚਨ ਨੂੰ ਇਹ ਪੜ੍ਹਦਾ ਜਾ ਰਿਹਾ ਹੈਗਾ ਏ। ਔਰ ਜਿਹੜੇ ਵਚਨ ਨੂੰ ਪੜ੍ਹਦਾ ਪਿਆ, ਵਚਨ ਦੀ ਸਮਝ ਵੀ ਨਹੀਂ ਹੈ, ਤਾਂ ਵੀ ਪੜ੍ਹਦਾ ਜਾ ਰਿਹਾ ਹੈ। ਇਹ ਗੱਲ ਯਾਦ ਰੱਖਿਓ, ਜਿਹੜਾ ਵਚਨ ਸਮਝ ਨਹੀਂ ਨਾ ਆ ਰਿਹਾ, ਉਹ ਵੀ ਪੜ੍ਹਦੇ ਜਾਇਓ ਜੇ, ਲਗਾਤਾਰ ਪੜ੍ਹਦੇ ਰਹੋ ਜੇ, ਬਾਰ-ਬਾਰ ਪੜ੍ਹਦੇ ਰਹੋ ਜੇ, ਸਵਰਗ ਦਾ ਪਰਮੇਸ਼ਰ ਤੁਹਾਨੂੰ ਦੇਖੇਗਾ। ਔਰ ਜਦੋਂ ਸਵਰਗ ਦਾ ਪਰਮੇਸ਼ਰ ਦੇਖੇਗਾ ਨਾ, ਉਹ ਕਿਸੇ ਨੂੰ ਵੀ ਭੇਜ ਸਕਦਾ ਹੈ, ਆਪਣੇ ਸਵਰਗ ਦੂਤ ਨੂੰ ਵੀ ਤੁਹਾਨੂੰ ਸਮਝਾਉਣ ਦੇ ਲਈ ਭੇਜ ਸਕਦਾ ਹੈ। ਇੱਥੇ ਵੀ ਪ੍ਰਭੂ ਨੇ ਆਪਣੇ ਇੱਕ ਚੇਲੇ ਨੂੰ ਕਿਹਾ, ਜਾ ਦੌੜ ਕੇ ਜਾ ਔਰ ਵਚਨ ਸਮਝਾ ਕੇ ਆ। ਮੈਨੂੰ ਇੱਕ ਗੱਲ ਦੱਸੋ, ਜਿਹੜਾ ਵਿਅਕਤੀ ਰਸਤੇ ਬੈਠਾ ਜਾ ਰਿਹਾ, ਇਹ ਅਮੀਰ ਹੋਏਗਾ ਕਿ ਨਹੀਂ ਹੋਏਗਾ? ਇਹਦੇ ਕੱਪੜੇ ਲੱਤੇ ਵਧੀਆ ਹੋਣਗੇ ਕਿ ਨਹੀਂ ਹੋਣਗੇ? ਇਹਦਾ ਲਾਈਫ ਸਟਾਈਲ ਦੱਸੋ, ਸ਼ਾਹੀ ਹੋਏਗਾ ਕਿ ਨਹੀਂ ਹੋਏਗਾ? ਰਾਣੀ ਦਾ ਮੰਤਰੀ ਹੈ, ਲਾਈਫ ਸਟਾਈਲ ਤਾਂ ਸ਼ਾਹੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਹੋਣਾ ਚਾਹੀਦਾ ਹੈ। ਹੁਣ ਮੈਨੂੰ ਇਹ ਦੱਸੋ, ਇਸ ਵਿਅਕਤੀ ਕੋਲ ਰੱਥ ਹੈਗਾ ਏ, ਘੋੜੇ ਵੀ ਹੋਣਗੇ ਅੱਗੇ, ਫਿਲਿਪਸ ਕੋਲ ਕੁਛ ਹੈਗਾ ਏ?
ਕੀ ਹੈਗਾ ਫਿਲਿੱਪੁਸ ਕੋਲੇ? ਮੈਨੂੰ ਦੱਸੋਗੇ? ਸੋਚ ਕੇ ਦੱਸੋ ਕੀ ਹੈਗਾ ਫਿਲਿੱਪੁਸ ਦੇ ਕੋਲੇ? ਪਰਮੇਸ਼ਰ ਦਾ ਵਚਨ, ਉਹਦਾ ਗਿਆਨ ਫਿਲਿੱਪੁਸ ਦੇ ਅੰਦਰ ਹੈ। ਇਹਦੀ ਗੱਲ ਹੀ ਕਰਦਾ, ਅਗਰ ਅੰਦਰ ਭਰ ਲਓਗੇ ਵੱਡੇ ਵੱਡੇ ਕੰਮ ਵੀ ਹੋਣੇ ਸ਼ੁਰੂ ਹੋ ਜਾਣਗੇ। ਇਦੋਂ ਪਹਿਲਾਂ ਪਤਾ ਕੀ ਹੋਇਆ? ਇਸ ਤੋਂ ਪਹਿਲਾਂ ਫਿਲਿੱਪੁਸ ਵਚਨ ਸੁਣਾਵੇ, ਇਦੋਂ ਪਹਿਲਾਂ ਕਲੀਸਿਆ ਦੇ ਉੱਤੇ ਬੜਾ ਵੱਡਾ ਸਤਾਵ ਆਇਆ, ਬੜੀ ਵੱਡੀ ਸਮੱਸਿਆ ਆ ਗਈ ਚਰਚ ਦੇ ਉੱਪਰ, ਬੜੀ ਵੱਡੀ ਸਮੱਸਿਆ ਆ ਗਈ। ਫਿਲਿੱਪੁਸ ਵਚਨ ਸੁਣਾਉਣਾ ਬੰਦ ਨਹੀਂ ਕਰਦਾ ਪਿਆ, ਭਰਿਆ ਪਿਆ ਹੈ ਅੰਦਰ ਵਚਨ ਦੇ ਨਾਲ, ਵਚਨ ਹੀ ਸੁਣਾਇਆ ਜਾ ਰਿਹਾ। ਫਿਲਿੱਪੁਸ ਦੇ ਅੰਦਰ ਵਚਨ ਭਰਿਆ ਪਿਆ ਹੈ, ਔਰ ਜਿਹੜਾ ਵਿਅਕਤੀ ਰਥ ਦੇ ਉੱਪਰ ਜਾ ਰਿਹਾ ਹੈ, ਉਹਦੇ ਜੀਵਨ 'ਚ ਪੈਸਾ ਪੈਸਾ ਪੈਸਾ, ਅਮੀਰੀ ਭਰੀ ਪਈ ਹੈਗੀ ਆ। ਇੱਕ ਕੋਲੇ ਪ੍ਰਭੂ ਹੈਗਾ ਏ, ਇੱਕ ਕੋਲੇ ਅਮੀਰੀ ਹੈਗੀ ਗੱਲੀ। ਹੁਣ ਜੇ ਮੈਂ ਕਹਾਂ ਪ੍ਰਭੂ ਕੀਮਤੀ ਹੈ ਕਿ ਅਮੀਰੀ ਕੀਮਤੀ, ਤੁਸੀਂ ਕਹੋਗੇ ਪ੍ਰਭੂ ਕੀਮਤੀ ਹੈਗਾ ਏ। ਜੇ ਮੈਂ ਪੁੱਛਾਂ ਅਮੀਰੀ ਚਾਹੀਦੀ ਕਿ ਨਹੀਂ ਚਾਹੀਦੀ, ਤੁਸੀਂ ਕਹੋਗੇ ਅਮੀਰੀ ਵੀ ਚਾਹੀਦੀ ਹੈਗੀ ਆ। ਇਹਦਾ ਮਤਲਬ ਦੋਵੇਂ ਗੱਲਾਂ ਅਗਰ ਜੀਵਨ ਦੇ ਵਿੱਚ ਆ ਜਾਣ ਤਾਂ ਬਰਕਤ ਹੈ ਕਿ ਨਹੀਂ ਹੈ। ਮੈਂ ਤੁਹਾਨੂੰ ਇੱਕ ਗੱਲ ਹੀ ਕਹਿਣਾ ਚਾਹਾਂਗਾ, ਅਗਰ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੋ, ਪ੍ਰਭੂ ਦਾ ਵਚਨ ਅੰਦਰ ਭਰ ਲਓ। ਜਿਹੜੇ ਲੋਕ ਫਾਈਨੈਂਸ਼ੀਅਲੀ ਸਟਰੋਂਗ ਨੇ, ਉਹ ਲੋਕ ਪ੍ਰਭੂ ਦੇ ਵਚਨ ਨੂੰ ਸੁਣਨਾ ਚਾਹੁੰਦੇ ਨੇ, ਔਰ ਪਰਮੇਸ਼ਰ ਜਦੋਂ ਤੁਸੀਂ ਪ੍ਰਭੂ ਦੇ ਵਚਨ ਨਾਲ ਭਰੇ ਹੋਗੇ, ਪ੍ਰਭੂ ਤੁਹਾਨੂੰ ਯੂਜ਼ ਕਰੇਗਾ ਉਹਨਾਂ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਚੋਂ ਬਾਹਰ ਕੱਢਣ ਦੇ ਲਈ, ਪ੍ਰਭੂ ਦਾ ਵਚਨ ਸੁਣਾਉਣ ਦੇ ਲਈ। ਔਰ ਅਗਰ ਤੁਸੀਂ ਅੱਜ ਪੈਦਲ ਦੌੜਦੇ ਪਏ ਹੈਗੇ ਨਾ, ਤਾਂ ਉਹ ਵੀ ਤੁਹਾਨੂੰ ਐ ਨਹੀਂ ਕਹਿਣਗੇ ਨਾਲ ਹੀ ਦੌੜਦੇ ਰਹੋ, ਉਹ ਵੀ ਤੁਹਾਨੂੰ ਰੱਥ ਦੇ ਉੱਪਰ ਆਪਣੇ ਨਾਲ ਬਾਹ ਲੈਣਗੇ। ਜਿਹੜੀ ਜਗ੍ਹਾ ਤੇ ਉਹ ਉੱਚੀ ਜਗ੍ਹਾ ਤੇ ਬੈਠੇ ਹੋਣਗੇ, ਤੁਹਾਨੂੰ ਵੀ ਆਪਣੇ ਨਾਲ ਹੀ ਬਾਹ ਲੈਣਗੇ, ਤੁਹਾਨੂੰ ਵੀ ਉੱਚਾ ਕਰ ਦੇਣਗੇ। ਪਰ ਤੁਹਾਨੂੰ ਉਹਨਾਂ ਨੂੰ ਪ੍ਰਭੂ ਦਾ ਵਚਨ ਸੁਣਾਉਣਾ ਪਏਗਾ। ਜੋ ਗਿਆਨ ਅੰਦਰ ਭਰਿਆ ਪਿਆ ਨਾ, ਉਹ ਦੱਸਣਾ ਪਏਗਾ ਪਰਮੇਸ਼ਰ ਦਾ। ਹਾਲੇਲੂਇਆ। ਹੁਣ ਦੱਸੋ, ਉਹ ਵਿਅਕਤੀ ਅਮੀਰ ਹੈਗਾ ਏ, ਚੱਕ ਕੇ ਫਿਲਿੱਪੁਸ ਨੂੰ ਨਾਲ ਬਾਹ ਲਿਆ ਕਿ ਨਹੀਂ ਬਾਹ ਲਿਆ? ਫਿਲਿੱਪੁਸ ਨੇ ਕਿਹਾ ਸੀ ਮੈਨੂੰ ਨਾਲ ਬਾਹ, ਫਿਲਿੱਪੁਸ ਨੇ ਵਿਨਤੀ ਕੀਤੀ ਮੈਨੂੰ ਨਾਲ ਬਾਹ। ਕਿ ਅਮੀਰ ਵਿਅਕਤੀ ਰਿਕੁਐਸਟ ਕਰਦਾ ਪਿਆ ਮੇਰੇ ਨਾਲ ਬਹਿ ਜਾ ਕੇ? ਅਮੀਰ ਵਿਅਕਤੀ ਨੇ ਵਿਨਤੀ ਕੀਤੀ ਹੈਗੀ ਆ, ਮੇਰੇ ਨਾਲ ਬਹਿ ਜਾ ਕੇ। ਮੇਰੇ ਕੋਲ ਪੈਸਾ ਹੈਗਾ, ਲੇਕਿਨ ਜਿਹੜੀਆਂ ਗੱਲਾਂ ਤੇਰੇ ਕੋਲ ਆ ਨਾ, ਇਹ ਗੱਲਾਂ ਮੇਰੇ ਕੋਲ ਨਹੀਂ ਹੈਗੀਆਂ। ਮੈਂ ਤਾਂਹੀਓ ਕਹਿੰਦਾ ਨਾ, ਪਰਮੇਸ਼ਰ ਦੇ ਲੋਕੋ, ਪ੍ਰਭੂ ਦਾ ਵਚਨ ਅੰਦਰ ਭਰ ਲਓ। ਜੇ ਪੈਸਾ ਅੱਗੇ ਪਿੱਛੇ ਭੱਜਿਆ ਫਿਰੂਗਾ, ਪੈਸਾ ਪ੍ਰੋਬਲਮ ਨਹੀਂ ਹੈ ਪ੍ਰਭੂ ਦੇ ਲਈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਹਾਡਾ ਧਿਆਨ ਪੈਸੇ ਦੇ ਉੱਪਰ ਹੋਏ, ਪਰ ਤੁਹਾਡੀਆਂ ਜ਼ਰੂਰਤਾਂ ਤੁਹਾਨੂੰ ਪਰਮੇਸ਼ਰ ਦੇ ਵਿੱਚ ਅੱਗੇ ਵਧਣ ਤੋਂ ਰੋਕਣ ਨਾ, ਇੰਨਾ ਕੁ ਪੈਸਾ ਤਾਂ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਸੋਚਿਏ, ਫਿਲਿੱਪੁਸ ਨੇ ਵਚਨ ਹੀ ਸੁਣਾਇਆ ਤੇ ਅਮੀਰ ਵਿਅਕਤੀ ਕਹਿੰਦਾ ਹੁਣ ਮੇਰੇ ਨਾਲ ਚੜ ਕੇ ਬਹਿ ਜਾ ਤੇ ਚੰਗੀ ਤਰ੍ਹਾਂ ਪ੍ਰਭੂ ਦਾ ਵਚਨ ਮੈਨੂੰ ਸਮਝਾ ਦੇ। ਬੜੇ ਅਮੀਰ ਲੋਕੀ ਹੈਗੇ ਨੇ, ਬੜੇ ਉੱਚੇ ਅਹੁਦਿਆਂ ਵਾਲੇ ਲੋਕੀ ਹੈਗੇ ਨੇ, ਉਹਨਾਂ ਕੋਲ ਪ੍ਰਭੂ ਨਹੀਂ ਹੈ। ਤੁਹਾਡੇ ਕੋਲ ਹੋ ਸਕਦਾ ਜੋ ਕੁਝ ਨਾ ਹੋਵੇ, ਪਰ ਮੈਂ ਕਹਿਣਾ ਚਾਹੁੰਦਾ, ਜਦੋਂ ਪ੍ਰਭੂ ਦੇ ਘਰ ਦੇ ਵਿੱਚ ਆਏ ਹੋ ਤਾਂ ਤੁਹਾਡੇ ਕੋਲ ਪਰਮੇਸ਼ਰ ਹੈ, ਪ੍ਰਭੂ ਦਾ ਵਚਨ ਤੁਹਾਡੇ ਕੋਲ ਹੈ। ਇਹਨੂੰ ਆਪਣੇ ਜੀਵਨ 'ਚ ਲੈ ਲਓ ਔਰ ਦੂਸਰਿਆਂ ਨੂੰ ਦੱਸਣਾ ਸ਼ੁਰੂ ਕਰ ਦਿਓ। ਪਰਮੇਸ਼ਰ ਪਿੱਛੇ ਨਹੀਂ ਰਹਿਣ ਦੇਗਾ, ਅੱਗੇ ਖੜਾ ਕਰ ਦੇਗਾ। ਲੂਕਾ ਦੀ ਕਿਤਾਬ 24 ਅਧਿਆਇ ਨਾ, ਉੱਥੇ ਇੱਕ ਬੜਾ ਜ਼ਬਰਦਸਤ ਵਚਨ ਹੈ, ਕੱਢਣ ਦੀ ਲੋੜ ਨਹੀਂ, ਧਿਆਨ ਦੇਣਾ ਸੁਣੀਏ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪ੍ਰਭੂ ਤੁਹਾਨੂੰ ਪਿਆਰ ਕਿੰਨਾ ਕਰਦੇ ਹੈਗੇ ਨੇ। ਇਹ ਨਾ ਕਹੋ ਜੇ ਅਸੀਂ ਪਿੱਛੇ ਹੈਗੇ ਆ। ਤੁਸੀਂ ਪਿੱਛੇ ਨਹੀਂ ਰਹਿ ਸਕਦੇ ਅਗਰ ਪ੍ਰਭੂ ਦਾ ਵਚਨ ਤੁਹਾਡੇ ਅੰਦਰ ਭਰਿਆ ਹੋਇਆ ਹੈ। 24 ਅਧਿਆਇ 'ਚ ਨਾ ਇੱਕ ਬੜੀ ਜ਼ਬਰਦਸਤ ਗੱਲ ਹੈਗੀ ਆ। ਯੀਸ਼ੂ ਮਸੀਹ ਮਰ ਗਏ ਔਰ ਜੀ ਉੱਠੇ ਨੇ, ਔਰ ਕਲੀਸਿਆ ਦੇ ਵਿੱਚ 2 ਮੈਂਬਰ ਹੈਗੇ ਨੇ, ਉਹ ਕਲੀਸਿਆ ਛੱਡ ਕੇ ਜਾ ਰਹੇ ਨੇ। ਉਹ ਛੱਡ ਕੇ ਜਾ ਰਹੇ ਨੇ ਕਲੀਸਿਆ, ਕਹਿੰਦੇ ਪ੍ਰਭੂ ਤਾਂ ਮਰ ਗਿਆ ਏ। ਫਿਰ ਉਹ ਸੁਣਦੇ ਪਏ ਨੇ ਪ੍ਰਭੂ ਜ਼ਿੰਦਾ ਹੋ ਗਿਆ ਏ, ਔਰ ਬਾਈਬਲ 'ਚ ਲਿਖਿਆ ਕਲੀਸਿਆ ਛੱਡ ਕੇ ਜਾ ਰਹੇ ਨੇ ਨਿਰਾਸ਼ਾ ਦੇ ਵਿੱਚ। ਔਰ ਤੁਹਾਨੂੰ ਪਤਾ ਹੈ, ਜਦੋਂ ਉਹ ਕਲੀਸਿਆ ਛੱਡ ਕੇ ਜਾ ਰਹੇ ਨੇ, ਕਿਹਦੀਆਂ ਗੱਲਾਂ ਕਰਦੇ ਪਏ ਨੇ? ਉਹ ਇਹ ਗੱਲਾਂ ਨਹੀਂ ਕਰਦੇ ਪਏ ਹੁਣ ਚਰਚ ਛੱਡਤਾ ਹੈਗਾ, ਹੁਣ ਆਪਾਂ ਫਲਾਨਾ ਕੰਮ ਕਰਾਂਗੇ, ਹੁਣ ਗੁਜ਼ਾਰਾ ਐਵੇਂ ਹੀ ਹੋਏਗਾ। ਸਾਡੇ ਵੀ ਕਈ ਲੋਕ ਚਰਚ ਛੱਡ ਕੇ ਜਾਂਦੇ ਆ, 100 ਥਾਂ ਤੇ ਜਾ ਕੇ ਬੁਰਾਈ ਕਰਦੇ ਆ ਕਿ ਚਰਚ ਦੀ 100 ਤਰ੍ਹਾਂ ਦੀਆਂ ਗੱਲਾਂ ਸੁਣਾਈ ਪੈਂਦੀਆਂ ਨੇ ਸਾਨੂੰ। ਇਹ ਲੋਕੀ ਵੀ ਚਰਚ ਛੱਡ ਕੇ ਗਏ ਨੇ, ਪਰ ਇਹਨਾਂ ਨੇ ਬੁਰਾਈ ਕੋਈ ਨਹੀਂ ਕੀਤੀ। ਇਹ ਪਤਾ ਕੀ ਚਰਚਾ ਕਰਦੇ ਪਏ ਨੇ? ਇਹ ਪ੍ਰਭੂ ਯੀਸ਼ੂ ਮਸੀਹ ਦਾ ਚਰਚਾ ਕਰਦੇ ਪਏ ਹੈਗੇ ਨੇ। ਤੇ ਮੈਨੂੰ ਇੱਕ ਗੱਲ ਦੱਸੋ, ਜਦੋਂ ਪ੍ਰਭੂ ਯੀਸ਼ੂ ਮਸੀਹ ਦਾ ਚਰਚਾ ਹੋਏਗਾ, ਪ੍ਰਭੂ ਯੀਸ਼ੂ ਮਸੀਹ ਉੱਥੇ ਆਉਣਗੇ ਕਿ ਨਹੀਂ ਆਉਣਗੇ? ਬਾਈਬਲ 'ਚ ਲਿਖਿਆ ਜਿੱਥੇ 2 ਜਾਂ 3 ਮੇਰੇ ਨਾਮ 'ਚ ਸਹਿਮਤ ਹੈਗੇ, ਮੈਂ ਉੱਥੇ ਹੈਗਾ ਹੀ। ਇਹ ਪਰਮੇਸ਼ਰ ਨੇ ਕਿਹਾ ਕਿ ਨਹੀਂ ਕਿਹਾ ਹੈਗਾ? ਇਹ 2 ਬੰਦੇ ਸਹਿਮਤ ਹੋ ਗਏ ਆ ਔਰ ਪ੍ਰਭੂ ਦੀਆਂ ਗੱਲਾਂ ਹੀ ਕਰਦੇ ਜਾ ਰਹੇ ਨੇ। ਔਰ ਬਾਈਬਲ 'ਚ ਲਿਖਿਆ ਜਦੋਂ ਪ੍ਰਭੂ ਦੀਆਂ ਗੱਲਾਂ ਕਰਦੇ ਜਾ ਰਹੇ ਨੇ, ਪ੍ਰਭੂ ਵੀ ਫਿਰ ਨਾਲ ਹੀ ਆ ਗਏ ਨੇ। ਔਰ ਪ੍ਰਭੂ ਦਾ ਵਚਨ ਸੁਣਾਓਗੇ ਨਾ, ਤਾਂ ਪ੍ਰਭੂ ਉਸ ਵਚਨ ਦੇ ਜ਼ਰੀਏ ਦੂਸਰੇ ਲੋਕਾਂ ਦੇ ਜੀਵਨਾਂ ਦੇ ਵਿੱਚ ਵੀ ਚਲੇ ਜਾਣਗੇ। ਇਹ ਲੋਕ ਨਿਰਾਸ਼ ਹੋ ਕੇ ਵਾਪਸ ਜਾ ਰਹੇ ਨੇ, ਪਰ ਗੱਲ ਪ੍ਰਭੂ ਦੀ ਹੀ ਚੱਲਦੀ ਪਈ ਹੈਗੀ ਆ। ਔਰ ਪ੍ਰਭੂ ਦੀ ਗੱਲ ਚੱਲਦੇ ਚੱਲਦੇ ਪ੍ਰਭੂ ਵੀ ਨਾਲ ਹੋ ਗਏ ਨੇ। ਪ੍ਰਭੂ ਯੀਸ਼ੂ ਮਸੀਹ ਅੱਖਾਂ ਬੰਦ ਨੇ, ਪ੍ਰਭੂ ਯੀਸ਼ੂ ਮਸੀਹ ਨੂੰ ਪਹਿਚਾਨ ਨਹੀਂ ਪਾ ਰਹੇ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯੀਸ਼ੂ ਮਸੀਹ ਪਹਿਚਾਨ ਨਹੀਂ ਆ ਰਹੀ, ਲੇਕਿਨ ਪ੍ਰਭੂ ਯੀਸ਼ੂ ਮਸੀਹ ਨਾਲ ਗੱਲਾਂ ਕਰਦੇ ਤੁਰੇ ਜਾਂਦੇ ਨੇ।
ਬੜੀਆਂ ਅੱਛੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਦੱਸਦੇ ਪਏ ਨੇ ਆਪਦੇ ਵਿਸ਼ੇ 'ਚ ਭਵਿੱਖਬਾਣੀ ਅਸੀਂ ਮਰਨਾ ਜ਼ਰੂਰੀ ਹੈ ਸਾਰੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਨੇ ਸਮਝਾਤੀਆਂ ਉਹਨਾਂ ਦੇ ਅੰਦਰ ਕੁਝ ਹੋਣਾ ਸ਼ੁਰੂ ਹੋ ਗਿਆ ਹੈਗਾ ਔਰ ਬਾਈਬਲ 'ਚ ਲਿਖਿਆ ਜਦੋਂ ਯਿਸੂ ਮਸੀਹ ਨੂੰ ਉਹ ਇਨਵਾਈਟ ਕਰਦੇ ਨੇ ਰੋਟੀ ਖਾਣ ਲੱਗਦੇ ਨੇ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਉਹ ਚਰਚ ਛੱਡ ਕੇ ਜਾ ਰਹੇ ਨੇ ਜਦੋਂ ਯਿਸੂ ਮਸੀਹ ਨੂੰ ਪਹਿਚਾਨ ਲਿਆ ਉਹ ਚਰਚ ਦੇ ਵਿੱਚ ਦੁਬਾਰਾ ਵਾਪਿਸ ਆ ਗਏ ਨੇ ਤੁਹਾਨੂੰ ਵੀ ਅੱਜ ਪ੍ਰਭੂ ਯਿਸੂ ਮਸੀਹ ਵਾਪਿਸ ਬੁਲਾਉਂਦੇ ਪਏ ਨੇ ਆਤਮਿਕ ਜੀਵਨ ਦੇ ਵਿੱਚ ਵਧਣ ਦੇ ਲਈ ਕਿੰਨੇ ਜਣੇ ਸੋਚਦੇ ਨੇ ਅੱਜ ਤੋਂ ਬਾਅਦ ਮੈਂ ਹਮੇਸ਼ਾ ਹੀ ਕਹਿੰਦਾ ਔਰ ਹਮੇਸ਼ਾ ਤੁਸੀਂ ਭੁੱਲਦੇ ਹੋ ਕਿੰਨੇ ਜਣੇ ਅੱਜ ਸੱਚੀ ਮੁੱਚੀ ਦ੍ਰਿੜ ਨਿਸ਼ਚੈ ਲੈਂਦੇ ਨੇ ਕਿ ਪ੍ਰਾਰਥਨਾ ਕਰਨੀ ਚਾਹੀਦੀ ਹੈ ਜ਼ਰੂਰੀ ਹੈ ਔਰ ਮੈਂ ਕਰਨੀ ਹੈ ਇੱਕ ਹੀ ਕੰਡੀਸ਼ਨ ਆ ਸਵੇਰ ਉੱਠਦੇ ਫੋਨ ਨਾ ਚੱਕਿਆ ਕਰੋ ਅਗਰ ਵਧਣਾ ਚਾਹੁੰਦੇ ਹੋ ਫਿਲਿੱਪੁਸ ਪੈਦਲ ਭੱਜ ਕੇ ਗਿਆ ਏ ਵਚਨ ਸੁਣਿਆ ਰੱਥ ਦੇ ਉੱਪਰ ਵਿਨਤੀ ਕਰਕੇ ਉਹਨੂੰ ਬਿਠਾਇਆ ਗਿਆ ਹੈ ਕੰਮ ਪੂਰਾ ਕੀਤਾ ਹੈ ਪਵਿੱਤਰ ਆਤਮਾ ਚੁੱਕ ਕੇ ਲੈ ਜਾਂਦਾ ਹੈਗਾ ਹੈ ਸੋਚੋ ਦੌੜ ਕੇ ਗਿਆ ਪੈਰਾਂ ਦੇ ਉੱਪਰ ਔਰ ਵਾਪਿਸ ਲਿਆਂਦਾ ਗਿਆ ਪਵਿੱਤਰ ਆਤਮਾ ਦੁਆਰਾ ਹਵਾ ਦੇ ਵਿੱਚ ਉਡਾ ਕੇ ਸੋਚੋ ਪਰਮੇਸ਼ਰ ਤੁਹਾਡੇ ਜੀਵਨ 'ਚ ਵੀ ਇਸੇ ਤਰੀਕੇ ਨਾਲ ਕਰਨਾ ਚਾਹੁੰਦਾ ਹੈਗਾ ਆਪਣੇ ਜੀਵਨ 'ਚ ਵਚਨ ਭਰ ਲਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਔਰ ਉਹ ਵਚਨ ਜਦੋਂ ਅੰਦਰ ਭਰਿਆ ਜਾਏਗਾ ਤੁਸੀਂ ਛੋਟੇ ਕੰਮ ਨਹੀਂ ਕਰੋਗੇ ਵੱਡੇ ਵੱਡੇ ਪਰਮੇਸ਼ਰ ਦੇ ਕੰਮਾਂ ਨੂੰ ਤੁਸੀਂ ਕਰ ਪਾਓਗੇ ਵੱਡੇ ਵੱਡੇ ਲੋਕਾਂ ਦੇ ਕੋਲ ਪਰਮੇਸ਼ਰ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹੈਗਾ ਪੜ੍ਹਾਈ ਲਿਖਾਈ ਨਾ ਦੇਖੋ ਤੁਹਾਡੀ ਪੜ੍ਹਾਈ ਲਿਖਾਈ ਕੀ ਹੈਗੀ ਆ ਇਹ ਨਾ ਵੇਖੋ ਸਾਡਾ ਕੰਮਕਾਰ ਹੀ ਬੜਾ ਛੋਟਾ ਹੈਗਾ ਸਾਡੀ ਪੜ੍ਹਾਈ ਲਿਖਾਈ ਕੁਝ ਨਹੀਂ ਸਾਡਾ ਕੰਮਕਾਰ ਛੋਟਾ ਅਸੀਂ ਕੁਝ ਨਹੀਂ ਹੈਗੇ ਇਹ ਸਾਰੀਆਂ ਗੱਲਾਂ ਸੱਚ ਹੈਗੀਆਂ ਨੇ ਲੇਕਿਨ ਵੱਡਾ ਪਰਮੇਸ਼ਰ ਅੱਜ ਤੁਹਾਡੇ ਜੀਵਨਾਂ 'ਚ ਆਉਣਾ ਚਾਹੁੰਦਾ ਹੈਗਾ ਔਰ ਜਦੋਂ ਵੱਡਾ ਪਰਮੇਸ਼ਰ ਤੁਹਾਡੇ ਜੀਵਨਾਂ 'ਚ ਆਏਗਾ ਨਾ ਵੱਡੇ ਵੱਡੇ ਲੋਕ ਹੀ ਤੁਹਾਡੇ ਸਾਹਮਣੇ ਝੁਕ ਜਾਣਗੇ ਬਾਈਬਲ 'ਚ ਲਿਖਿਆ ਇੱਕ ਗੱਲ ਦੇ ਲਈ ਸਾਨੂੰ ਜਲਦੀ ਕਰਨੀ ਪੈਣੀ ਆ ਇੱਕ ਗੱਲ ਇੱਥੇ ਬੋਲੀ ਗਈ ਆ ਉਹਨੂੰ ਗੱਲ ਕਹੀ ਗਈ ਉੱਠ ਤੇ ਉਸ ਰਸਤੇ ਦੇ ਵੱਲ ਜਾ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਦੇ ਵੱਲ ਜਾਂਦਾ ਹੈਗਾ ਫਿਲਿੱਪੁਸ ਇੰਤਜ਼ਾਰ ਨਹੀਂ ਕਰਦਾ ਪਿਆ ਉਹ ਲੇਟ ਨਹੀਂ ਹੈ ਅੱਜ ਜਦੋਂ ਸਾਨੂੰ ਕਿਹਾ ਜਾਂਦਾ ਨਾ ਪ੍ਰਾਰਥਨਾ ਕਰਨ ਦੇ ਲਈ ਲੇਟ ਨਾ ਹੋਈਏ ਸਲੋ ਨਾ ਹੋਈਏ ਫਾਸਟ ਕੰਮ ਕਰੀਏ ਪ੍ਰਭੂ ਦੇ ਵਚਨ ਦੇ ਮੁਤਾਬਿਕ ਕੰਮ ਕਰੀਏ ਅਗਰ ਇਸ ਤਰ੍ਹਾਂ ਕਰਨ ਦੇ ਲਈ ਅਸੀਂ ਤਿਆਰ ਹੈਗੇ ਆ ਅਸੀਂ ਪਿੱਛੇ ਨਹੀਂ ਰਵਾਂਗੇ ਪਰਮੇਸ਼ਰ ਬਹੁਤ ਅੱਗੇ ਲੈ ਕੇ ਜਾਣਗੇ ਸਾਨੂੰ ਹਾਲੇਲੂਇਆ ਹਾਲੇਲੂਇਆ ਪਤਰਸ ਪਹਿਲੀ ਵਾਰੀ ਪ੍ਰਭੂ ਦਾ ਵਚਨ ਸੁਣਾਉਂਦਾ ਹੈ 3000 ਲੋਕ ਉਹਨਾਂ ਦੀ ਜ਼ਿੰਦਗੀਆਂ ਬਚ ਜਾਂਦੀਆਂ ਨੇ ਉਹ 3000 ਲੋਕਾਂ ਦੀ ਜ਼ਿੰਦਗੀਆਂ ਐਵੇਂ ਨਹੀਂ ਬਚ ਗਈਆਂ ਉਹ ਅਨਪੜ੍ਹ ਵਿਅਕਤੀ ਵਚਨ ਸੁਣਾਉਂਦਾ ਪੜ੍ਹੇ ਲਿਖੇ ਲੋਕਾਂ ਦੀ ਜ਼ਿੰਦਗੀਆਂ ਨੂੰ ਬਦਲ ਕੇ ਰੱਖ ਦਿੰਦਾ ਹੈਗਾ ਇਹ ਅਚਾਨਕ ਨਹੀਂ ਹੋਇਆ ਪਰ ਬਾਈਬਲ 'ਚ ਲਿਖਿਆ ਹੈ ਇਸ ਤੋਂ ਪਹਿਲਾਂ ਕਿ ਪਤਰਸ ਵਚਨ ਸੁਣਾਵੇ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਜਾਣ ਬਾਈਬਲ ਦੇ ਵਿੱਚ ਲਿਖਿਆ ਹੈ ਹੁਣ ਮੈਨੂੰ ਇੱਕ ਗੱਲ ਦੱਸੋ ਧਿਆਨ ਦੇ ਨਾਲ ਸੁਣੀਏ ਸਭ ਜਣ ਬਾਈਬਲ ਦਾ ਵਚਨ ਕਿਸੇ ਜਿਹੜੇ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਦੇ ਨੇ ਕੀ ਕੰਮ ਕਰਨਗੇ ਵੱਡੇ ਵੱਡੇ ਪਰਮੇਸ਼ਰ ਤੁਹਾਡੇ ਤੋਂ ਕਰਵਾਵੇ ਇਸੇ ਤਰੀਕੇ ਦੇ ਨਾਲ ਹੀ ਸੋਚੀਏ ਪਤਰਸ ਔਰ ਬਾਕੀ ਦੇ ਚੇਲੇ ਜਿਹੜੇ ਨੇ 3.5 ਸਾਲ ਪ੍ਰਭੂ ਯਿਸੂ ਮਸੀਹ ਦੇ ਨਾਲ ਰਹੇ ਕਿ ਨਹੀਂ ਰਹੇ ਹੈਗੇ ਮੈਨੂੰ ਇੱਕ ਗੱਲ ਦੱਸੋ ਬਾਈਬਲ ਧਿਆਨ ਦੇ ਨਾਲ ਪੜ੍ਹਿਓ ਜੇ ਤੁਸੀਂ ਪੜ੍ਹੀ ਵੀ ਹੋਏਗੀ ਸੋਚੋ ਕੋਈ ਦਿਨ ਅਜਿਹਾ ਸੀਗਾ ਕਿ ਚੇਲਿਆਂ ਨੂੰ ਪਤਾ ਹੁੰਦਾ ਸੀ ਵੀ ਅਗਲੇ ਪਲ ਕੀ ਹੋਣ ਵਾਲਾ ਹੈਗਾ ਸ਼ਾਮ ਨੂੰ ਕੀ ਕਰ ਦੇਣਾ ਹੈਗਾ ਸਾਡੇ ਗੁਰੂ ਨੇ ਪਤਾ ਹੁੰਦਾ ਸੀ ਉਹਨਾਂ ਨੂੰ 3.5 ਸਾਲ ਰਹਿ ਕੇ ਨਾਲ ਫਿਰ ਵੀ ਪਤਾ ਨਹੀਂ ਲੱਗਿਆ ਵੀ ਸਾਡੇ ਗੁਰੂ ਨੇ ਕੀ ਕਰ ਦੇਣਾ ਹੈ ਸ਼ਾਮ ਨੂੰ ਪਤਾ ਨਹੀਂ ਇਹਨੇ ਕੀ ਕਰ ਦੇਣਾ ਕੱਲ ਦੀ ਸਵੇਰੇ ਨੇ ਪਤਾ ਨਹੀਂ ਕੀ ਕਰ ਦੇਣਾ ਹੈਗਾ ਸੋਚੋ 3.5 ਸਾਲ ਰਹਿ ਕੇ ਪ੍ਰਭੂ ਯਿਸੂ ਮਸੀਹ ਨਾਲ ਅਗਲੇ ਪਲ ਕੀ ਹੋਏਗਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਹੈ ਅਗਲੇ ਪਲ ਸਾਡੇ ਗੁਰੂ ਨੇ ਕਿੱਧਰ ਸਾਨੂੰ ਭਜਾ ਕੇ ਲੈਣਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਹੈਗਾ ਤਾਂ ਮੈਨੂੰ ਇੱਕ ਗੱਲ ਦੱਸੋ ਕੀ ਸਿਰਫ ਸੰਡੇ ਚਰਚ ਆਉਣ ਦੇ ਦੁਆਰਾ ਸੰਡੇ 2-2 ਘੰਟੇ ਵਚਨ ਸੁਣਨ ਦੇ ਦੁਆਰਾ ਤੁਸੀਂ ਮੈਨੂੰ ਦੱਸੋ ਪ੍ਰਭੂ ਨੂੰ ਜਾਣ ਪਾਓਗੇ ਕਦੇ ਵੀ ਨਹੀਂ ਜਾਣ ਸਕਦੇ ਮੇਰੇ ਭੈਣ ਭਰਾਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਔਖਾ ਕੰਮ ਹੈਗਾ ਇਹ ਗੱਲਾਂ ਕਿ ਵੱਡੇ ਵੱਡੇ ਕੰਮ ਹੋ ਜਾਣ ਇਹ ਸੌਖਾ ਹੈ ਕਹਿਣਾ ਸੋਚੇ 3.5 ਸਾਲ ਨਾਲ ਰਹਿ ਕੇ ਵੀ ਚੇਲਿਆਂ ਨੂੰ ਪਤਾ ਨਹੀਂ ਹੁੰਦਾ ਸੀ ਸ਼ਾਮ ਨੂੰ ਸਾਡੇ ਗੁਰੂ ਨੇ ਕਿਹੜੀ ਗੱਲ ਕਹਿ ਦੇਣੀ ਹੈਗੀ ਆ ਸੋਚੋ ਨਾਲ ਰਹਿ ਕੇ ਆਪਣੇ ਲੀਡਰ ਤੋਂ ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਇਹਨੇ ਸ਼ਾਮ ਨੂੰ ਕਹਿ ਕੀ ਦੇਣਾ ਹੈ ਪਤਾ ਨਹੀਂ ਹਨੇਰੇ ਹੁੰਦੇ ਹੀ ਇਹਨੇ ਸਾਨੂੰ ਸਫ਼ਰ ਦੇ ਵਿੱਚ ਲੈ ਜਾਣਾ ਹੈ ਪਤਾ ਨਹੀਂ ਪਹਾੜ ਦੇ ਉੱਪਰ ਲੈ ਜਾਣਾ ਪ੍ਰਾਰਥਨਾ ਕਰਨ ਵਾਸਤੇ ਕੁਝ ਨਹੀਂ ਜਾਣਦੇ ਕਦੇ ਵੀ ਇਹ ਨਾ ਸੋਚੇ ਕਿ ਸੰਡੇ ਆ ਕੇ ਵਚਨ ਸੁਣ ਲਿਆ ਤੇ ਬਾਕੀ 6 ਦਿਨ ਪ੍ਰਾਰਥਨਾ ਦੀ ਜ਼ਰੂਰਤ ਨਹੀਂ ਹੈ ਕੋਈ ਗੱਲ ਨਹੀਂ ਵਾਧੂ ਜਾਣ ਲਿਆ ਪਰਮੇਸ਼ਰ ਨੂੰ ਨਹੀਂ ਜਾਣਿਆ ਹਜੇ ਤੁਸੀਂ 2 ਘੰਟੇ 'ਚ ਨਹੀਂ ਜਾਣ ਸਕਦੇ ਏਡੇ ਵੱਡੇ ਪਰਮੇਸ਼ਰ ਨੂੰ ਬਾਈਬਲ 'ਚ ਤਾਂ ਲਿਖਿਆ ਉਹਦਾ ਪੈਰ ਹੀ ਏਡਾ ਵੱਡਾ ਕਿ ਪੂਰੀ ਧਰਤੀ ਉਹਦੇ ਪੈਰਾਂ ਦੀ ਚੌਂਕੀ ਪੂਰੀ ਧਰਤੀ ਦੇ ਉੱਪਰ ਆਪਣੇ ਪੈਰਾਂ ਨੂੰ ਰੱਖਦਾ ਗੱਲਾਂ ਤਾਂ ਮੈਨੂੰ ਇਹ ਦੱਸੋ ਐਡਾ ਵੱਡਾ ਪਰਮੇਸ਼ਰ ਜਿਹਦੇ ਪੈਰ ਹੀ ਪੂਰੀ ਧਰਤੀ ਤੋਂ ਵੱਡੇ ਹੈਗੇ ਨੇ ਉਹ ਪਰਮੇਸ਼ਰ ਬਾਰੇ ਕਿਵੇਂ ਦੱਸੋਗੇ ਤੁਸੀਂ
ਉਹਦੇ ਪੈਰ ਬਾਰੇ ਹੀ ਤੁਹਾਨੂੰ ਦੱਸਣਾ ਪੈ ਜੇ, ਕਿਵੇਂ ਐਕਸਪਲੇਨ ਕਰੋਗੇ? 3.5 ਸਾਲ ਦਿਨ ਪਰ ਰਾਤ ਚੇਲੇ ਨਾਲ ਰਹਿ ਕੇ ਵੀ ਨਹੀਂ ਜਾਣਦੇ ਅਗਲੇ ਦਿਨ ਕੀ ਹੋਣ ਵਾਲਾ ਹੈ, ਸਾਡਾ ਗੁਰੂ ਕੀ ਕਰਨ ਵਾਲਾ ਹੈਗਾ ਏ। ਤੇ ਮੇਰੇ ਭੈਣੋ ਭਰਾਓ, 4-5 ਘੰਟੇ ਸੰਡੇ ਚਰਚ ਆ ਕੇ ਵੀ ਇਹ ਜਾਣਨਾ ਮੁਸ਼ਕਿਲ ਹੈ। ਉਹਦੇ ਲਈ ਪ੍ਰਤੀ ਦਿਨ ਕਈ ਘੰਟੇ ਤੁਹਾਨੂੰ ਪ੍ਰਭੂ ਦੇ ਨਾਲ ਬਿਤਾਉਣੇ ਪੈਣਗੇ, ਲੰਬਾ ਸਮਾਂ ਪ੍ਰਭੂ ਦੇ ਨਾਲ ਬੈਠਣਾ ਪਏਗਾ। ਆਮੀਨ। ਇਹ ਪਤਰਸ ਜੋ ਹੈ ਨਾ, ਇਹ ਵਿਅਕਤੀ ਐਵੇਂ, ਇਹਨੂੰ ਬਹੁਤ ਜ਼ਿਆਦਾ ਨੌਲੇਜ ਨਹੀਂ ਹੈਗੀ ਕਿ ਇਹਨੇ ਬੜਾ ਅੱਛਾ ਵਚਨ ਪ੍ਰਚਾਰ ਕੀਤਾ, 3000 ਲੋਕ ਬਦਲ ਗਏ ਨੇ। ਇਹਨੂੰ ਪਰਮੇਸ਼ਰ ਯਹੋਵਾ ਦਾ ਗਿਆਨ ਮਿਲ ਗਿਆ ਏ, ਪਵਿੱਤਰ ਆਤਮਾ ਮਿਲ ਗਿਆ ਹੈਗਾ ਏ, ਸਮਝ ਆ ਗਈ ਹੈਗੀ ਆ। ਇੱਕ ਪ੍ਰਚਾਰ ਕੀਤਾ 3000 ਲੋਕ ਬਦਲੇ ਨੇ। ਆਮੀਨ। ਔਰ ਅੱਜ ਕਈ ਵਾਰੀ 3000 ਵਾਰੀ ਪ੍ਰਾਰਥਨਾ ਕਰਦੇ ਆ, ਇੱਕ ਛੋਟਾ ਜਿਹਾ ਕੰਮ ਵੀ ਸਾਡੇ ਜੀਵਨ 'ਚ ਨਹੀਂ ਹੁੰਦਾ। ਉਹਦਾ ਕਾਰਨ ਕੀ ਆ? ਪ੍ਰਭੂ ਦੇ ਵਚਨ ਦਾ ਗਿਆਨ ਹੀ ਸਾਡੇ ਜੀਵਨ 'ਚ ਨਹੀਂ ਹੈਗਾ। ਮੈਂ ਗਰੰਟੀ ਨਾਲ ਕਹਿ ਸਕਦਾ ਏ, ਨਿਰਾਸ਼ ਨਾ ਹੋ ਜੋ ਮੈਂ ਗੱਲ ਕਹਿਣ ਵਾਲਾ ਹਾਂ। ਮੈਂ ਗਰੰਟੀ ਨਾਲ ਕਹਿ ਦਿੰਦਾ, ਅਗਰ ਮੈਂ ਤੁਹਾਨੂੰ ਕਹਾਂ, ਜਿਹਨਾਂ ਨੂੰ ਪੁੱਛਣਾ ਨਾ ਪ੍ਰਭੂ ਯਿਸੂ ਮਸੀਹ ਦਾ ਪੂਰਾ ਨਾਮ ਕੀ ਹੈਗਾ, ਅੱਧੇ ਜਣਾਂ ਨੂੰ ਤਾਂ ਪੂਰਾ ਨਾਮ ਹੀ ਨਹੀਂ ਪਤਾ ਹੋਣਾ ਪ੍ਰਭੂ ਯਿਸੂ ਮਸੀਹ ਦਾ ਕੀ ਹੈਗਾ ਹੈ। ਅਸੀਂ ਪ੍ਰਭੂ ਦਾ ਗਿਆਨ ਕਿਵੇਂ ਰੱਖਾਂਗੇ? ਸਾਨੂੰ ਪ੍ਰਭੂ ਯਿਸੂ ਮਸੀਹ ਦਾ ਪੂਰਾ ਨਾਮ ਕਿਹਾ ਜਾਵੇ, ਸਾਨੂੰ ਪੂਰਾ ਨਾਮ ਹੀ ਨਹੀਂ ਪਤਾ ਹੈਗਾ। ਜੇ ਮੈਂ ਕਈਆਂ ਨੂੰ ਪੁੱਛਣਾ ਪ੍ਰਭੂ ਯਿਸੂ ਮਸੀਹ ਦਾ ਜਨਮ ਕਿੱਥੇ ਹੋਇਆ, ਸਾਨੂੰ ਜਨਮ ਕਿੱਥੇ ਹੋਇਆ ਉਹ ਜਗ੍ਹਾ ਦਾ ਨਾਮ ਨਹੀਂ ਪਤਾ ਹੋਏਗਾ। ਜੇ ਸਾਨੂੰ ਇਹ ਪੁੱਛਿਆ ਜਾਵੇ ਉਹ ਲੋਕੇਸ਼ਨ ਕਿਹੜੀ ਹੈਗੀ ਆ, ਕਿਵੇਂ ਦੀ ਜਗ੍ਹਾ, ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ। ਜਨਮ ਦਿਨੇ ਹੋਇਆ, ਰਾਤ ਨੂੰ ਹੋਇਆ, ਸਾਨੂੰ ਇਹਦਾ ਗਿਆਨ ਨਹੀਂ ਹੈਗਾ। ਸੋਚੋ ਸੰਡੇ ਸਕੂਲ ਦੇ ਬੱਚਿਆਂ ਵਾਲੀਆਂ ਇਹ ਸਵਾਲ ਹੈਗੇ ਨੇ, ਕਿਵੇਂ ਪ੍ਰਭੂ ਦੇ ਵਚਨ ਦਾ ਗਿਆਨ ਆਏਗਾ? ਸਾਨੂੰ ਤਾਂ ਜਿਹੜੀਆਂ ਬਾਹਰਲੀਆਂ ਗੱਲਾਂ ਦੀ ਨੌਲੇਜ ਨਹੀਂ ਹੈ, ਜੋ ਪ੍ਰਭੂ ਦੇ ਦਿਲ ਦੇ ਅੰਦਰ ਚੱਲਦਾ ਪਿਆ ਹੈਗਾ, ਪਰਮੇਸ਼ਰ ਸਾਡੇ ਜੀਵਨ 'ਚ ਕਰਨਾ ਚਾਹੁੰਦਾ, ਕਿਵੇਂ ਪਤਾ ਲੱਗੇਗਾ ਉਹਦਾ? ਸੋਚੋ 2 ਘੰਟੇ ਦੀ ਪ੍ਰਾਰਥਨਾ ਦੇ ਦੁਆਰਾ ਇਹ ਸੰਭਵ ਹੈ? ਸੰਡੇ ਚਰਚ ਅਟੈਂਡ ਕਰਦੇ ਪਏ, ਕੀ ਇਹਦੇ ਦੁਆਰਾ ਇਹ ਸੰਭਵ ਹੋ ਸਕਦਾ ਹੈ? ਮੈਂ ਤੁਹਾਨੂੰ ਸੱਚੀ ਦੱਸਦਾ, ਮੈਂ ਧਿਆਨ ਦੇਣਾ, ਅੱਜ ਮੇਰੀ ਗੱਲ ਸੁਣ ਲਿਓ ਜੇ, ਇਹ ਰਿਕਾਰਡਿੰਗ ਰਹੇਗੀ। ਸਮਾਂ ਅਜਿਹਾ ਆਉਣ ਵਾਲਾ ਹੈ ਜੋ ਸਹੀ ਨਹੀਂ ਹੈ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਸਮਾਂ ਅਜਿਹਾ ਆਉਣ ਵਾਲਾ ਹੈ ਜੋ ਠੀਕ ਨਹੀਂ ਹੈ। ਸਮਾਂ ਮੈਂ ਅਗਰ ਕਵਾਂ ਤਾਂ ਔਖਾ ਆਉਣ ਵਾਲਾ ਹੈ। ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਇੱਕ ਵਚਨ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਯਹੋਵਾ ਪਰਮੇਸ਼ਰ ਦਾ ਗਿਆਨ ਰੱਖਦੇ ਨੇ, ਉਹ ਵੱਡੇ ਕੰਮ ਕਰਨਗੇ ਔਖੇ ਸਮੇਂ ਦੇ ਵਿੱਚ ਵੀ। ਆਮੀਨ। ਹੁਣ ਸੋਚੋ, ਔਖਾ ਸਮਾਂ ਆਉਣ ਵਾਲਾ, ਤੇ ਫਿਰ ਕੀ ਕਰੀਏ? ਇੰਤਜ਼ਾਰ ਕਰੀਏ ਔਖਾ ਸਮਾਂ ਆਵੇ? ਨਹੀਂ, ਇੰਤਜ਼ਾਰ ਨਹੀਂ ਕਰੀਏ, ਬਲਕਿ ਆਪਣੇ ਆਪ ਨੂੰ ਤਿਆਰ ਕਰੀਏ ਔਖੇ ਸਮੇਂ ਦੇ ਲਈ। ਆਮੀਨ। ਭਰ ਲਈਏ ਆਪਣੇ ਆਪ ਨੂੰ ਪ੍ਰਭੂ ਦੇ ਵਚਨ ਦੇ ਨਾਲ। ਸੋਚੋ, 4 ਬੰਦੇ ਜੇ ਸਾਨੂੰ ਕੋਈ ਪੁੱਛ ਲੈ ਨਾ ਪ੍ਰਭੂ ਯਿਸੂ ਮਸੀਹ ਦਾ ਪੂਰਾ ਨਾਮ ਕੀ, ਸਾਨੂੰ ਤਾਂ ਇਹ ਨਹੀਂ ਪਤਾ ਲੱਗਣਾ। 12 ਚੇਲਿਆਂ ਦੇ ਨਾਮ ਕੀ, ਸਾਨੂੰ ਇਹ ਨਹੀਂ ਪਤਾ ਲੱਗਣਾ। ਨਵੇਂ ਨਿਯਮ 'ਚ ਕਿਤਾਬਾਂ ਕਿੰਨੀਆਂ, ਸਾਨੂੰ ਇਹ ਨਹੀਂ ਪਤਾ। ਪੁਰਾਣੇ ਨਿਯਮ 'ਚ ਕਿਤਾਬਾਂ ਕਿੰਨੀਆਂ, ਸਾਨੂੰ ਇਹ ਨਹੀਂ ਪਤਾ। ਨਵੇਂ ਨਿਯਮ 'ਚ ਪੁਰਾਣੇ ਨਿਯਮ 'ਚ ਕਿੰਨੇ ਸਾਲਾਂ ਦਾ ਡਿਸਟੈਂਸ ਹੈਗਾ ਏ, ਗੈਪ ਹੈਗਾ, ਸਾਨੂੰ ਇਹ ਨਹੀਂ ਪਤਾ। ਯਿਸੂ ਮਸੀਹ ਦੇ ਮਾਂ-ਪਿਓ ਦਾ ਨਾਮ ਨਹੀਂ ਪਤਾ ਹੈਗਾ। ਇਹ ਗੱਲਾਂ ਨਾ ਬੇਸਿਕ ਆ, ਸਾਨੂੰ ਪਤਾ ਹੋਣੀਆਂ ਚਾਹੀਦੀਆਂ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹਿ ਰਿਹਾ, ਪਿੱਛੇ ਜਾਣ ਵਾਸਤੇ ਨਹੀਂ, ਅੱਗੇ ਚਲੇ ਜਾਓ। ਆਮੀਨ। ਬਦਲ ਲਵੋ ਆਪਣੇ ਆਪ ਨੂੰ, ਚੇਂਜ ਕਰ ਲਵੋ ਆਪਣੇ ਆਪ ਨੂੰ। ਪਰਮੇਸ਼ਰ ਤੁਹਾਡੇ ਜ਼ਰੀਏ ਵੱਡੇ ਕੰਮ ਕਰਨਾ ਚਾਹੁੰਦਾ ਹੈਗਾ। ਤੁਹਾਨੂੰ ਚਾਹੁੰਦਾ ਕਿ ਪਰਮੇਸ਼ਰ ਤੁਸੀਂ ਤਿਆਰ ਹੋ ਜਾਵੋ। ਪਰਮੇਸ਼ਰ ਨਿਰਾਸ਼ ਕਰਨਾ ਨਹੀਂ ਚਾਹੁੰਦਾ ਤੁਹਾਨੂੰ। ਪਰਮੇਸ਼ਰ ਚਾਹੁੰਦਾ ਤੁਸੀਂ ਬਹੁਤ ਅੱਗੇ ਜਾਓ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਚਾਹੁੰਦੇ ਨੇ, ਹਾਂ ਪ੍ਰਭੂ ਮੈਨੂੰ ਅੱਗੇ ਲੈ ਕੇ ਜਾਵੋ, ਮੈਂ ਤਿਆਰ ਹੈਗਾ। ਕਈ ਘੰਟੇ ਬਾਈਬਲ ਪੜੋਗੇ, ਪਰਮੇਸ਼ਰ ਬਹੁਤ ਅੱਗੇ ਲੈ ਕੇ ਜਾਏਗਾ। ਆਮੀਨ। ਤੇ ਜੇ ਮੈਂ ਇੱਕ ਪਾਸੇ ਬਾਈਬਲ ਰੱਖੀ, ਇੱਕ ਪਾਸੇ ਫੋਨ ਰੱਖਿਆ, ਨਾਲੇ ਟਾਈਮ ਵੇਖੀਏ, ਨਾਲੇ ਮੈਸੇਜ ਵੇਖ ਲਿਆ ਕਿਹਦਾ ਆ ਗਿਆ, ਕਿਹਦਾ ਨਹੀਂ ਆਇਆ ਹੈਗਾ, ਵਿੱਚੇ ਰੀਲਾਂ ਚੈੱਕ ਕਰਨ ਲੱਗ ਪੈਂਦੇ ਆ, ਵਿੱਚੇ ਬਾਈਬਲ ਚੈੱਕ ਕਰਨ ਲੱਗ ਪੈਂਦੇ ਆ, ਇਹ ਕੋਈ ਗਿਆਨ ਵਾਲੀ ਗੱਲ ਨਹੀਂ ਹੈਗੀ। ਇੱਕ ਗੱਲ ਪ੍ਰਭੂ ਦੀ ਮੰਨੋਗੇ ਨਹੀਂ ਨਾ, ਉਦੋਂ ਬਾਅਦ 'ਚੋਂ 1000 ਵਾਰੀ ਕਹੋਗੇ ਨਾ, ਪਰਮੇਸ਼ਰ ਤੁਹਾਡੀ ਗੱਲ ਵੀ ਮੰਨੇਗਾ ਨਹੀਂ। ਪ੍ਰਭੂ ਦੇ ਲੋਕੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪ੍ਰਭੂ ਦੇ ਘਰ ਦੇ ਵਿੱਚ ਅਗਰ ਸਾਨੂੰ ਝਿੜਕਿਆ ਜਾ ਰਿਹਾ ਨਾ, ਇਹ ਝਿੜਕਣ ਦਾ ਮਤਲਬ ਤੁਹਾਨੂੰ ਪਿੱਛੇ ਲੈ ਕੇ ਜਾਣਾ ਨਹੀਂ, ਤੁਹਾਨੂੰ ਅੱਗੇ ਲੈ ਕੇ ਜਾਣਾ ਹੈ। ਆਮੀਨ। ਚੰਗੇ ਸਟੂਡੈਂਟ ਨੂੰ ਝਿੜਕਿਆ ਜਾਂਦਾ ਹੈ ਤਾਂ ਕਿ ਹੋਰ ਸਿਆਣਾ ਹੋ ਜਾਵੇ, ਤੇ ਮੂਰਖ ਨੂੰ ਨਹੀਂ ਝਿੜਕਿਆ ਜਾਂਦਾ। ਮੂਰਖ ਨੂੰ ਕਹਿੰਦਾ ਇਹਨੂੰ ਛੱਡ ਦਿਓ, ਇਹਨੂੰ ਸਮਝਾਉਣਗੇ ਇਹਨੇ ਪੈ ਹੀ ਜਾਣਾ ਹੈਗਾ ਗਾਉਂ। ਪੰਜਾਬੀ ਦੀ ਇੱਕ ਬੜੀ ਵਧੀਆ ਕਹਾਵਤ ਆ, ਖੋਤੇ ਨੂੰ ਦਿੱਤਾ ਨੂਣ ਤੇ ਖੋਤਾ ਕਹਿੰਦਾ ਮੇਰੀ ਅੱਖ ਭੰਨਦੀ। ਕਿੰਨੇ ਇਹਨਾਂ ਨੂੰ ਕਹਾਵਤ ਪਤਾ ਹੈਗੀ ਆ? ਤੁਹਾਨੂੰ ਕੋਈ ਨੂਣ ਨਹੀਂ ਦਿੱਤਾ ਜਾ ਰਿਹਾ ਹੈਗਾ, ਪ੍ਰਭੂ ਦਾ ਵਚਨ ਦਿੱਤਾ ਜਾ ਰਿਹਾ, ਕਿਉਂਕਿ ਤੁਸੀਂ ਪ੍ਰਭੂ ਦੇ ਬੜੇ ਸਮਝਦਾਰ ਲੋਕ ਹੋ, ਤੁਸੀਂ ਸਿਆਣੇ ਲੋਕ ਹੋ, ਤੁਸੀਂ ਕੁਝ ਗੱਲਾਂ ਨੂੰ ਸਮਝਣ ਵਾਲੇ ਲੋਕ ਹੋ, ਵੱਡੀਆਂ ਜਗ੍ਹਾਵਾਂ ਔਰ ਵੱਡੇ ਕੰਮਾਂ ਦੇ ਲਈ ਚੁਣੇ ਗਏ ਲੋਕ ਹੋ ਤੁਸੀਂ। ਆਮੀਨ। ਹਾਲੇਲੂਇਆ, ਹਾਲੇਲੂਇਆ। ਅੱਧਿਆਂ ਨੂੰ ਹਜੇ ਵੀ ਆਪਦੇ ਆਪ ਤੇ ਸ਼ੱਕ ਹੀ ਹੈਗਾ ਕਿ ਸਾਡਾ ਚੁਣਾਵ ਪ੍ਰਭੂ ਦੇ ਵੱਲੋਂ ਆ ਕਿ ਧੱਕੇ ਨਾਲ ਹੀ ਭੱਜੇ ਫਿਰਦੇ ਅਸੀਂ। ਪਤਰਸ ਨੂੰ ਪ੍ਰਭੂ ਦਾ ਗਿਆਨ ਮਿਲਿਆ, ਵਚਨ ਸੁਣਾਇਆ, 3000 ਲੋਕ ਬਦਲ ਗਏ ਹੈਗੇ ਨੇ।
ਤੁਹਾਡੇ ਜ਼ਰੀਏ ਪਰਮੇਸ਼ਰ ਇਸ ਤਰੀਕੇ ਦੇ ਵੱਡੇ ਵੱਡੇ ਕੰਮਾਂ ਨੂੰ ਕਰਨਾ ਚਾਹੁੰਦਾ ਹੈਗਾ ਏ। आमीन ਪਰ ਪ੍ਰਭੂ ਦੇ ਵਚਨ ਦਾ ਗਿਆਨ ਤੁਹਾਨੂੰ ਆਪਣੇ ਅੰਦਰ ਭਰਨਾ ਪੈਣਾ ਹੈਗਾ ਏ। आमीन ਕੰਮਾਂ ਕਰਾਂ ਦਾ ਗਿਆਨ ਛੱਡ ਦਿਓ ਜੇ, ਕਰਜ਼ੇ ਲੈਣੇ ਆ ਇਹ ਚੀਜ਼ ਦਾ ਗਿਆਨ ਛੱਡ ਦਿਓ ਜੇ, ਕਿਸ਼ਤਾਂ ਆਉਣ ਵਾਲੀਆਂ ਕਿਵੇਂ ਤਰਨੀਆਂ ਇਹਨਾਂ ਗੱਲਾਂ ਦਾ ਗਿਆਨ ਛੱਡ ਦਿਓ ਜੇ, ਤੰਗ ਪਰੇਸ਼ਾਨ ਹੈਗੇ ਆ ਸੌਖੇ ਕਿਵੇਂ ਹੋਈਏ ਇਹਨਾਂ ਗੱਲਾਂ ਦਾ ਗਿਆਨ ਛੱਡ ਦਿਓ ਜੇ। ਇਹ ਹਾਲਾਤ ਨਹੀਂ ਬਦਲਦੇ ਹੈਗੇ, ਇਹਨਾਂ ਹਾਲਾਤਾਂ ਨੂੰ ਪ੍ਰਭੂ ਬਦਲ ਸਕਦਾ ਹੈਗਾ। ਤੁਸੀਂ ਕਮਾਈ ਜਾਓਗੇ ਖਾਈ ਜਾਓਗੇ, ਕਮਾਈ ਜਾਓਗੇ ਖਾਈ ਜਾਓਗੇ, ਇਹ ਤਾਂ ਐਂ ਹੀ ਚੱਲੀ ਜਾਣਾ ਹੈਗਾ। ਪ੍ਰਭੂ ਦੇ ਵੱਲ ਜਾਇਓ ਜੇ। ਸਾਡੇ ਟੀਮ ਦੇ ਕੁਝ ਮੈਂਬਰ ਬਾਹਰ ਨੇ, ਕੁਝ ਲੜਕੀਆਂ ਸਾਡੀਆਂ ਬਾਹਰ ਹੈਗੀਆਂ ਨੇ। ਫੋਨ ਆਇਆ ਮੈਨੂੰ ਪ੍ਰਾਰਥਨਾ ਦੇ ਲਈ, ਔਰ ਮੈਂ ਉਹਨਾਂ ਨੂੰ ਪੁੱਛਿਆ ਬਾਈਬਲ ਪੜ੍ਹ ਰਹੇ ਆ? ਹਾਂਜੀ ਪਾਸਟਰ ਜੀ ਅਸੀਂ ਪੜ੍ਹਦੇ ਪਏ ਬਾਈਬਲ। ਕੋਈ ਮੈਂ ਉਹਨਾਂ ਨੂੰ ਗੱਲ ਦੱਸਣੀ ਸੀ, ਮੈਂ ਕਿਹਾ ਮੱਤੀ ਪਹਿਲਾ ਅਧਿਆਇ ਪੜ੍ਹਿਆ ਤੁਸੀਂ? ਕਹਿੰਦੇ ਨਹੀਂ ਪਾਸਟਰ ਜੀ ਅਸੀਂ 3 ਸਾਲ ਹੋ ਗਏ ਬਾਈਬਲ ਸਾਨੂੰ ਪੜ੍ਹਦੇ ਨੂੰ, ਮੱਤੀ ਪਹਿਲਾ ਅਧਿਆਇ ਅਸੀਂ ਛੱਡ ਹੀ ਦਿੰਨੇ ਹੈਗੇ ਆ। ਉਹ ਅੱਧਾ ਜਿਹੜਾ ਅਧਿਆਇ ਹੈਗਾ ਉਹਦੇ ਵਿੱਚ ਤਾਂ ਕੱਲੀਆਂ ਜਨਰੇਸ਼ਨਾਂ ਲਿਖੀਆਂ, ਨਾਮ ਨੂਮ ਲਿਖੇ ਹੋਏ ਆ, ਤੇ ਉਹ ਅਸੀਂ ਛੱਡ ਹੀ ਦਿੰਨੇ ਹੈਗੇ ਆ। ਇੱਕ ਮਿੰਟ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਿੰਨੇ ਜਣੇ ਚਾਹੁੰਦੇ ਆਤਮਿਕ ਤੌਰ ਤੇ ਅਸੀਂ ਹੋਰ ਜ਼ਿਆਦਾ ਵਧਣਾ ਚਾਹੁੰਦੇ ਹੈਗੇ ਆ? ਹਫਤੇ ਦੇ ਵਿੱਚ ਚਰਚ ਦਾ ਇੱਕ ਦਿਨ ਸੰਡੇ ਲੱਗਣਾ ਹੀ ਲੱਗਣਾ, ਉਸ ਤੋਂ ਇਲਾਵਾ ਇੱਕ ਦਿਨ ਆਨਲਾਈਨ ਕਲਾਸ ਵੀ ਹੋਏਗੀ। ਉਹਦੇ ਵਿੱਚ ਮੈਂ ਚਾਹੁੰਦਾ ਤੁਸੀਂ ਸਾਰੇ ਸ਼ਾਮਿਲ ਹੋਵੋ। ਹੁਣ ਇਹ ਨਾ ਹੋਵੇ ਸਾਡੇ ਕੋਲ ਇੰਟਰਨੈਟ ਨਹੀਂ ਹੈਗਾ, ਬੈਟਰੀ ਲੋ ਹੈਗੀ ਆ, ਜਦੋਂ ਮੈਂ ਲਾਈਵ ਆਉਣਾ ਹੈਗਾ ਉਹਦੇ ਤੇ ਸਾਰੇ ਤੁਸੀਂ ਲਾਈਵ ਆਉਂਦੇ, ਤੁਸੀਂ ਸਾਰੇ ਇੱਕ ਦੂਸਰੇ ਨੂੰ ਦੇਖ ਸਕਦੇ ਹੋ। ਕਿੰਨੇ ਜਣੇ ਨੇ ਅਟੈਂਡ ਕੀਤੀ ਉਹ ਕਲਾਸ ਥੋੜੇ ਦਿਨ ਪਹਿਲਾਂ? ਵੈਰੀ ਗੁੱਡ। ਸਾਰੇ ਤੁਸੀਂ ਇੱਕ ਦੂਸਰੇ ਨੂੰ ਦੇਖ ਪਾਉਂਦੇ ਹੋ, ਤੁਹਾਨੂੰ ਪਤਾ ਲੱਗਦਾ ਕਿ ਕੌਣ ਕੌਣ ਉਸ ਜਗ੍ਹਾ ਦੇ ਉੱਪਰ ਹੈਗਾ ਹੈ। ਜਦੋਂ ਮੈਂ ਜਨਰੇਸ਼ਨ ਜਿਹੜੀਆਂ ਹੈਗੀਆਂ ਸੀ ਉਹਨਾਂ ਦੇ ਬਾਰੇ ਟੀਚਿੰਗ ਦਿੱਤੀ ਨਾ, ਅੱਖਾਂ ਖੁੱਲ ਗਈਆਂ ਹੈਗੀਆਂ ਨੇ। ਹਫਤੇ ਵਿੱਚ ਇੱਕ ਦਿਨ ਤੁਹਾਨੂੰ ਦੱਸਿਆ ਜਾਏਗਾ, ਟੀਚਿੰਗ ਦਿੱਤੀ ਜਾਏਗੀ, ਤੁਸੀਂ ਸਾਰੇ ਉੱਥੇ ਅਵੇਲੇਬਲ ਹੋਣੇ ਚਾਹੀਦੇ ਹੈਗੇ ਹੋ। ਕੋਈ ਨਾ ਕਵੇ ਮੇਰੇ ਫੋਨ ਦੀ ਬੈਟਰੀ ਲੋ ਆ। ਜੇ ਫੋਨ ਦੀ ਬੈਟਰੀ ਨਹੀਂ ਨਾ ਚਾਰਜ ਹੋ ਸਕਦੀ ਤੁਹਾਡੇ ਤੋਂ, ਤੁਸੀਂ ਕਦੇ ਵੀ ਚਾਰਜ ਨਹੀਂ ਆਪਣੇ ਆਪ ਨੂੰ ਕਰ ਪਾਓਗੇ। ਇੰਟਰਨੈਟ ਨਹੀਂ ਨਾ ਹੈਗਾ, ਸਮਝੋ ਫਿਰ ਜੇਬ ਵਿੱਚ ਵੀ ਕੁਝ ਨਹੀਂ ਆਉਣਾ ਹੈਗਾ। ਜਿੱਦਣ ਜਿੱਦਣ ਕਲਾਸ ਹੋਏਗੀ, ਅਰਲੀ ਮਾਰਨਿੰਗ ਕਲਾਸ ਹੋਏਗੀ, ਤੁਹਾਡਾ ਫੋਨ 100% ਚਾਰਜ ਹੋਣਾ ਚਾਹੀਦਾ, ਇੰਟਰਨੈਟ ਹੋਣਾ ਚਾਹੀਦਾ, ਜ਼ਿਆਦਾ ਹੋਣਾ ਚਾਹੀਦਾ ਉਸ ਦਿਨ। ਜਿਹੜੀਆਂ ਗੱਲਾਂ ਮੈਂ ਚਰਚ ਵਿੱਚ ਦੱਸਦਾ ਨਾ ਤੁਹਾਡੇ ਸਾਹਮਣੇ, ਗੱਲਾਂ ਬੜੀਆਂ ਜ਼ਬਰਦਸਤ ਹੋਣਗੀਆਂ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਜਿਹੜੀਆਂ ਗੱਲਾਂ ਮੈਂ ਉੱਥੇ ਦੱਸਣੀਆਂ ਨਾ ਉਹ ਗੱਲਾਂ ਇਦੋਂ ਵੀ ਜ਼ਿਆਦਾ ਜ਼ਬਰਦਸਤ ਹੋਣਗੀਆਂ, आमीन ਇਦੋਂ ਵੀ ਜ਼ਿਆਦਾ ਐਕਸੀਲੈਂਟ ਹੋਣਗੀਆਂ। आमीन ਇੱਥੇ ਮੈਂ ਕਈ ਗੱਲਾਂ ਪਤਾ ਕਿਉਂ ਨਹੀਂ ਸਿਖਾ ਪਾਉਂਦਾ, ਕਈ ਲੋਕ ਇੱਥੇ ਫਰੈਸ਼ ਨੇ, ਨਵੇਂ ਨੇ, ਉਹਨਾਂ ਨੂੰ ਜ਼ਿਆਦਾ ਗਹਿਰੀਆਂ ਗੱਲਾਂ ਦੱਸਣ ਦਾ ਕੋਈ ਫਾਇਦਾ ਨਹੀਂ, ਉਹ ਸਮਝ ਨਹੀਂ ਪਾਉਣਗੇ। ਜਦੋਂ ਇੱਕ ਸਟੂਡੈਂਟ ਦੇ ਵਾਂਗੂ ਕਲਾਸ ਦੇ ਵਿੱਚ ਆਉਂਗੇ ਨਾ, ਫਿਰ ਟੀਚਿੰਗ ਵੀ ਉਸੇ ਲੈਵਲ ਦੀ ਮਿਲੇਗੀ, ਜ਼ਬਰਦਸਤ ਟੀਚਿੰਗ ਮਿਲੇਗੀ। आमीन ਮੈਂ ਪਹਿਲਾਂ ਵੀ ਕਿਹਾ ਸੀ ਆਪਣੇ ਨਾਮ ਭੇਜ ਦੇਣਗੇ 9780416578 ਦੇ ਉੱਪਰ ਨਾਮ ਲਿਖ ਕੇ WhatsApp ਕਰ ਦਿਓ ਜੇ। ਤੁਹਾਨੂੰ ਲਿੰਕ ਆਏਗਾ, ਉਦੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਏਗਾ, ਮੈਸੇਜ ਆਏਗਾ, ਤੁਹਾਨੂੰ ਦੱਸ ਦਿੱਤਾ ਜਾਏਗਾ ਇਸ ਦਿਨ ਇੰਨੇ ਵਜੇ ਕਲਾਸ ਆ। ਲਿੰਕ ਆਏਗਾ, ਤੁਸੀਂ ਕਲਿੱਕ ਕਰਨਾ ਹੈਗਾ, ਤੁਸੀਂ ਆਟੋਮੈਟਿਕਲੀ ਕਲਾਸ ਦੇ ਵਿੱਚ ਜੁਆਇਨ ਹੋ ਜਾਓਗੇ। आमीन ਹਾਲੇਲੂਇਆ। हालेलुया ਮੈਂ ਤਾਂ ਕਹਿ ਰਿਹਾ ਆਉਣ ਵਾਲੇ ਦਿਨ ਚੰਗੇ ਨਹੀਂ ਹੈਗੇ, ਆਉਣ ਵਾਲੇ ਦਿਨ ਬੁਰੇ ਨੇ। ਉਹਦੇ ਲਈ ਤਿਆਰੀ ਕਰਨੀ ਪੈਣੀ ਆ, ਪ੍ਰਭੂ ਦੇ ਵਚਨ ਦੇ ਨਾਲ ਆਪਣੇ ਆਪ ਨੂੰ ਭਰਨਾ ਪੈਣਾ ਹੈਗਾ। आमीन ਬਾਈਬਲ 'ਚ ਸਾਫ਼-ਸਾਫ਼ ਲਿਖਿਆ ਉਸ ਸਮੇਂ ਉਹ ਸਮਾਂ ਬਹੁਤ ਜ਼ਿਆਦਾ ਔਖਾ ਹੋਏਗਾ, ਲੇਕਿਨ ਜਿਹੜੇ ਪਰਮੇਸ਼ਰ ਯਹੋਵਾ ਦਾ ਗਿਆਨ ਰੱਖਦੇ ਨੇ ਉਹੀ ਵੱਡੇ ਕੰਮ ਕਰਨਗੇ। ਜਿਨ੍ਹਾਂ ਨੂੰ ਗਿਆਨ ਨਹੀਂ ਨਾ ਹੈਗਾ ਉਹ ਵੱਡੇ ਕੰਮ ਨਹੀਂ ਕਰਨਗੇ। ਕਈਆਂ ਨੂੰ ਇੰਨਾ ਹੀ ਗਿਆਨ ਹੈਗਾ, ਸਾਡਾ ਚਰਚ ਲੱਗਦਾ 10 ਵਜੇ, ਕਈਆਂ ਨੂੰ ਇੰਨਾ ਹੀ ਗਿਆਨ ਹੈਗਾ ਏ ਕਿ ਐਤਵਾਰ ਨੂੰ ਚਰਚ ਲੱਗਦਾ ਏ, ਲੰਗਰ ਲੱਗਦਾ ਹੈਗਾ, ਬਸ ਓਕੇ, ਇੰਨਾ ਹੀ ਗਿਆਨ ਹੈਗਾ, ਇਦੋਂ ਵੱਧ ਕੇ ਗਿਆਨ ਨਹੀਂ ਹੈਗਾ। ਲੇਕਿਨ ਪ੍ਰਭੂ ਦੇ ਵਚਨ ਦੇ ਵਿੱਚ ਜ਼ਿਆਦਾ ਗਹਿਰੇ ਜਾਈਏ, ਜ਼ਿਆਦਾ ਗਿਆਨ ਸਾਨੂੰ ਹੋਣਾ ਚਾਹੀਦਾ ਹੈਗਾ ਏ। ਹਾਲੇਲੂਇਆ हालेलुया ਇਸ ਲਈ ਪੂਰੀ ਗੰਭੀਰਤਾ ਦੇ ਨਾਲ ਸੰਡੇ ਤੋਂ ਇਲਾਵਾ ਫਿਰ ਜਿਹੜੇ ਲੋਕ ਰਹਿ ਗਏ ਨੇ ਆਪਣਾ ਨਾਮ ਲਿਖਵਾ ਦਿਓ ਜੇ, ਨੰਬਰ ਲਿਖਵਾ ਦਿਓ ਜੇ, ਜਾਂ 9780416578 ਦੇ ਉੱਪਰ ਤੁਸੀਂ ਮੈਨੂੰ ਮੈਸੇਜ ਕਰਨਾ ਗਾ, ਮੈਂ ਨਾਮ ਲਿਖ ਕੇ ਮੈਸੇਜ ਕਰ ਦੇਣਾ ਹੈਗਾ ਏ। ਕਲਾਸ ਜੁਆਇਨ ਕਰਨੀ ਜ਼ਰੂਰੀ ਹੈ। ਔਰ ਇੱਕ ਗੱਲ ਦਾ ਮੈਂ ਤੁਹਾਡੇ ਨਾਲ ਵਾਅਦਾ ਕਰ ਦਿੰਦਾ ਹੈਗਾ ਏ, ਜਿਹੜੇ ਲੋਕ ਕਲਾਸ ਜੁਆਇਨ ਕਰਨਗੇ, ਜ਼ਿੰਦਗੀਆਂ ਉਹਨਾਂ ਦੀਆਂ ਪਹਿਲਾਂ ਵਰਗੀਆਂ ਨਹੀਂ ਰਹਿਣਗੀਆਂ। आमीन ਤੁਹਾਡੀਆਂ ਜ਼ਿੰਦਗੀਆਂ ਨੂੰ ਪਰਮੇਸ਼ਰ ਬਿਲਕੁਲ ਬਦਲ ਕੇ ਰੱਖ ਦੇਣਗੇ, ਔਰ ਪਰਮੇਸ਼ਰ ਇਸ ਤਰ੍ਹਾਂ ਕਰਨ ਦੇ ਲਈ ਜਾ ਰਹੇ ਹਨ। आमीन ਔਰ ਪਰਮੇਸ਼ਰ ਚੇਲਿਆਂ ਦੇ ਵਾਂਗੂ ਤੁਹਾਨੂੰ ਤਿਆਰ ਕਰਨ ਦੇ ਲਈ ਜਾ ਰਿਹਾ। ਅਗਰ ਮੈਂ ਸਾਫ਼-ਸਾਫ਼ ਕਹਾਂ, आमीन ਔਰ ਚੇਲਿਆਂ ਨੇ ਛੋਟੇ ਕੰਮ ਨਹੀਂ ਕੀਤੇ, ਚੇਲਿਆਂ ਨੇ ਬਹੁਤ ਵੱਡੇ ਕੰਮ ਕੀਤੇ ਹੈਗੇ ਨੇ। आमीन ਸਭ ਜਣ ਆਪਣੇ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨਾ ਸ਼ੁਰੂ ਕਰੀਏ। ਤੇਰੇ ਬਿਨ ਪ੍ਰਾਰਥਨਾ ਕਰੋ, ਆਪਣੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਜੀ ਮੈਂ ਆਪਣੇ ਘਰ ਦੀਆਂ ਲੋੜਾਂ ਜ਼ਰੂਰਤਾਂ ਦੇ ਵਿੱਚ ਨਾ ਫਸਿਆ ਰਵਾਂ। ਮੈਂ ਤੁਹਾਨੂੰ ਜਾਣਨਾ ਚਾਹੁੰਦਾ, ਤੁਸੀਂ ਮੈਨੂੰ ਜੀਵਨ ਦਿੱਤਾ ਹੈ ਪ੍ਰਭੂ ਜੀ। ਜਿੱਥੇ ਮੈਂ ਕੰਮ ਕਰਦਾ ਹਾਂ ਤਾਂ ਮੇਰੇ ਖਾਣਾ ਖਾਣ ਦੇ ਲਈ ਮੈਨੂੰ ਪੈਸੇ ਦਿੰਦੇ ਨੇ, ਸੈਲਰੀ ਦਿੰਦੇ ਨੇ, ਦਿਹਾੜੀ ਦਿੰਦੇ ਨੇ, ਲੇਕਿਨ ਪ੍ਰਭੂ ਤੁਸੀਂ ਤਾਂ ਮੈਨੂੰ ਜ਼ਿੰਦਗੀ ਦਿੱਤੀ ਹੋਈ ਆ। ਮੈਂ ਤੁਹਾਨੂੰ ਜ਼ਿਆਦਾ ਜਾਣਨਾ ਚਾਹੁੰਦਾ ਹੈਗਾ, ਜ਼ਿਆਦਾ ਸਮਾਂ ਤੁਹਾਨੂੰ ਦੇਣਾ ਚਾਹੁੰਦਾ ਹਾਂ ਮੇਰੇ ਪਰਮੇਸ਼ਰ। ਮੇਰੇ ਜੀਵਨ ਦੇ ਵਿੱਚ ਖਾਰੇ ਕਰੋ ਮੇਰੇ ਪਰਮੇਸ਼ਰ।
ਬਾਰ-ਬਾਰ ਪ੍ਰਾਰਥਨਾ ਕਰੋ, ਪ੍ਰਭੂ ਤੁਹਾਡੀ ਆਵਾਜ਼ ਨੂੰ ਸੁਣਦੇ ਪਏ ਨੇ। तेरे बिन मैं कुछ भी नहीं, तेरे बिन मैं कुछ भी नहीं, ये खुदावंद यीशु तेरे बिन मैं कुछ भी नहीं, तेरे बिन मैं कुछ भी नहीं, तेरे बिन मैं कुछ भी नहीं, मैं खुदावंद यीशु तेरे बिन मैं कुछ भी नहीं। ओ यीशुआ यीशुआ करूं आराधना, करूं आराधना, हाथों को अपने उठा कर तुझे दूं महिमा। ओ यीशुआ यीशुआ करूं आराधना, करूं आराधना, हाथों को अपने उठा कर तुझे दूं महिमा। थैंक यू जीसस। सब जन अपने हत्थां ਨੂੰ ਉਠਾਓ ਔਰ ਮਨੀਪੁਰ ਦੇ ਲਈ ਪ੍ਰੇਅਰ ਕਰੋ। ਬੋਲੋ ਪਰਮੇਸ਼ਰ ਅੱਜ ਦੇ ਦਿਨ ਦੇ ਵਿੱਚ ਹਮੇਸ਼ਾ ਦੇ ਜਦ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਜੇ ਤੁਹਾਡੀ ਹਜ਼ੂਰੀ ਦੇ ਵਿੱਚ ਆ ਅਸੀਂ ਆਪਣੇ ਲਈ ਕੁਝ ਵੀ ਅਸੀਂ ਮੰਗਦੇ ਆਪਣੇ ਨਹੀਂ, ਕੁਝ ਵੀ ਮੁਗਲੇ ਵੀ ਨਹੀਂ ਮੰਗਦੇ, ਲੇਕਿਨ ਤੁਹਾਡੇ ਲੋਕ ਲੇਕਿਨ ਤੁਹਾਡੇ ਲੋਕ ਜੋ ਬੜੇ ਵੱਡੇ ਸਤਾਵ ਚ ਨੇ ਬੜੇ ਵੱਡੇ ਸਤਾਵ ਦੇ ਵਿੱਚ ਨੇ, ਉਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੋ, ਉਹਨੂੰ ਹੋਰ ਜ਼ਿਆਦਾ ਮਜ਼ਬੂਤ ਉੱਥੇ ਕਰੋ। ਸ਼ਾਂਤੀ ਦੇ ਦਿਓ ਮੇਰੇ ਪਰਮੇਸ਼ਰ। ਸ਼ਾਂਤੀ ਦੇ ਦਿਓ ਮੇਰੇ